ਦ ਵੇ ਫਾਰਵਰਡ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਬੜੇ ਹੀ ਇੱਕ ਸੈਂਸਿਟਿਵ ਔਰ ਬੜੇ ਇੱਕ ਸਫਿਸਟੀਕੇਟਡ ਇਸ਼ੂ ਤੇ ਗੱਲ ਕਰਨ ਲੱਗੇ ਹਾਂ। ਅਸੀਂ ਜਾਣਿਆ ਕਿ ਹੁਣੇ ਰੀਸੈਂਟਲੀ ਅਕਾਲ ਤਖਤ ਤੋਂ ਇੱਕ ਹੁਕਮ ਹੋਇਆ ਹੈ ਕਿ ਅਗਲੇ 3 ਸਾਲਾਂ ਦੇ ਬਾਅਦ ਦਰਬਾਰ ਸਾਹਿਬ ਵਿੱਚ ਜਿਹੜਾ ਕੀਰਤਨ ਹੋਏਗਾ ਉਸ ਦੇ ਵਿੱਚ ਹਾਰਮੋਨੀਅਮ ਜਿਹੜਾ ਇੰਸਟਰੂਮੈਂਟ ਹੈ ਉਹ ਯੂਜ਼ ਨਹੀਂ ਕੀਤਾ ਜਾਏਗਾ। ਸਿਰਫ ਜਿਹੜੇ ਟ੍ਰੈਡੀਸ਼ਨਲ ਸਾਡੇ ਤਾਂਤੀ ਸਾਜ਼ ਹਨ ਉਹਨਾਂ 'ਤੇ ਕੀਰਤਨ ਕੀਤਾ ਜਾਏਗਾ। ਇਸ ਦੇ ਉੱਪਰ ਕਮਿਊਨਿਟੀ ਜਿਹੜੀ ਹੈ ਉਹ ਬਹੁਤ ਡਿਵਾਈਡਡ ਹੈ। ਕਈ ਲੋਕਾਂ ਨੇ ਇਸ ਦਾ ਬਹੁਤ ਸਵਾਗਤ ਕੀਤਾ ਹੈ ਔਰ ਕਾਫੀ ਇਸ ਦੀ ਆਪੋਜੀਸ਼ਨ ਵੀ ਹੋ ਰਹੀ ਹੈ। ਇਹ ਜਿਹੜੀ ਡਿਬੇਟ ਹੈ ਇਸ ਨੂੰ ਬੜੀ ਗਹਿਰਾਈ ਨਾਲ ਸਮਝਣ ਦੀ ਲੋੜ ਹੈ, ਕਿਉਂਕਿ ਇਹ ਜਿਹੜੀ ਡਿਬੇਟ ਉਹ ਆ ਨਹੀਂ ਹੈ ਕਿ ਉਹ ਕਿਹੜੇ ਸਾਜ਼ ਹਨ ਜਿਹੜੇ ਪੁਰਾਣੇ ਸਮੇਂ ਵਿੱਚ ਯੂਜ਼ ਕੀਤੇ ਜਾਂਦੇ ਸਨ ਔਰ ਅੱਗੇ ਵੀ ਉਹੀ ਯੂਜ਼ ਕੀਤੇ ਜਾਣੇ ਚਾਹੀਦੇ। ਇਹ ਜਿਹੜੀ ਡਿਬੇਟ ਹੈ ਉਹ ਇਸ ਚੀਜ਼ ਦੀ ਹੈ ਕਿ ਰਾਗਾਂ ਦਾ ਕਿੰਨਾ ਰੋਲ ਹੈਗਾ ਸਾਡੇ ਕੀਰਤਨ ਨੂੰ ਗਾਉਣ ਵਿੱਚ ਔਰ ਉਸ ਨੂੰ ਸਮਝਣ ਵਿੱਚ। ਗੁਰਬਾਣੀ ਸੰਗੀਤ ਜਿਹੜਾ ਹੈ ਉਹ ਆਪਣੇ ਆਪ ਵਿੱਚ ਇੱਕ ਟ੍ਰੈਡੀਸ਼ਨ ਹੈ, ਤੇ ਕਿਆ ਹਾਰਮੋਨੀਅਮ ਜੈਸਾ ਇੱਕ ਫੋਰਨ ਇੰਸਟਰੂਮੈਂਟ ਉਸ ਟ੍ਰੈਡੀਸ਼ਨ ਨੂੰ ਕੈਰੀ ਕਰ ਸਕਦਾ ਹੈ? ਔਰ ਅੱਜ ਇਸ ਵਿਸ਼ੇ ਤੇ ਗੱਲ ਕਰਨ ਵਾਸਤੇ ਜੋ ਸਾਡੇ ਕੋਲ 2 ਗੈਸਟ ਹਨ, ਮੈਂ ਨਹੀਂ ਸਮਝਦਾ ਕਿ ਉਹਨਾਂ ਤੋਂ ਵੱਡੀ ਅਥਾਰਟੀਜ਼ ਪੂਰੇ ਵਿਸ਼ਵ ਵਿੱਚ ਕੋਈ ਵੀ ਹੋ ਸਕਦੀਆਂ ਹਨ ਇਸ ਪਰਟੀਕੂਲਰ ਇਸ਼ੂ ਤੇ ਗੱਲ ਕਰਨ ਵਾਸਤੇ। ਅਸੀਂ ਸਵਾਗਤ ਕਰਦੇ ਹਾਂ ਭਾਈ ਬਲਦੀਪ ਸਿੰਘ ਜੀ ਦਾ ਔਰ ਫ੍ਰਾਂਚੈਸਕਾ ਕੈਸਿਸ ਜੀ ਦਾ। ਬਲਦੀਪ ਜੀ, ਫ੍ਰਾਂਚੈਸਕਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਟਾਈਮ ਕੱਢਣ ਦਾ, ਸਾਡੇ ਨਾਲ ਗੱਲ ਕਰਨ ਦਾ। ਇਹ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਕਿਉਂਕਿ ਇਸ ਦੀਆਂ ਬੜੀਆਂ ਡੀਪ ਇੰਪਲੀਕੇਸ਼ਨਸ ਹੈਗੀਆਂ। ਇਹ ਗੱਲ ਇੱਥੇ ਨਹੀਂ ਮੁੱਕਦੀ ਕਿ ਕਿਹੜਾ ਇੰਸਟਰੂਮੈਂਟ ਆਪਾਂ ਉੱਥੇ ਯੂਜ਼ ਕਰਦੇ ਆ। ਇਹ ਗੱਲ ਇੱਥੇ ਜਾਂਦੀ ਹੈ ਕਿ ਅਸੀਂ ਜਿਹੜੀ ਉਹ ਰਵਾਇਤ ਗੁਰੂ ਸਾਹਿਬਾਂ ਨੇ ਤਿਆਰ ਕੀਤੀ ਹੈ ਕਿਸੇ ਵਜ੍ਹਾ ਨਾਲ ਇੰਟੈਂਸ਼ਨਲੀ, ਕਿਆ ਉਸ ਨੂੰ ਅਸੀਂ ਕੰਟੀਨਿਊ ਕਰਦੇ ਹਾਂ ਜਾਂ ਨਹੀਂ ਕਰਦੇ ਹਾਂ। ਮੇਰੇ ਦੋਨੋਂ ਗੈਸਟ ਕਿਸੇ ਇੰਟਰੋਡਕਸ਼ਨ ਦੇ ਕਹਿੰਦੇ ਨੇ ਕਿ ਮੁਹਤਾਜ ਨਹੀਂ ਹਨ। ਭਾਈ ਬਲਦੀਪ ਸਿੰਘ ਜੀ ਇੱਕ ਲੂਥੀਅਰ ਹਨ ਜਿਹੜੇ ਸਾਡੇ ਪੁਰਾਣੇ ਜਿਨ ਤਾਂਤੀ ਸਾਜ਼ਾਂ ਦੀ ਆਪਾਂ ਗੱਲ ਕਰਨ ਲੱਗੇ ਹਾਂ ਉਹਨਾਂ ਨੇ ਪ੍ਰੀਜ਼ਰਵ ਕਰਨ ਨੇ ਜਿਹੜਾ ਕੰਮ ਕੀਤਾ ਹੈ ਉਹ 21st ਸੈਂਚੁਰੀ 'ਚ ਆਈ ਡੋਂਟ ਥਿੰਕ ਕਿ ਉਸਦਾ ਕੋਈ ਵੀ ਮੁਕਾਬਲਾ ਹੈਗਾ। ਉਹਨਾਂ ਨੇ ਉਨ ਸਾਜ਼ਾਂ ਨੂੰ ਦੁਬਾਰਾ ਸੁਰਜੀਤ ਕੀਤਾ ਹੈ। ਆਪ ਬਣਾਉਂਦੇ ਨੇ, ਰਾਈਟਰ ਹਨ, ਪੋਇਟ ਹਨ, ਕੀਰਤਨੀਅਨ, ਮਾਣ ਮਹਿਸੂਸ ਕਰਦੇ ਨੇ ਕਿਉਂਕਿ ਕੀਰਤਨੀਏ ਲਫ਼ਜ਼ ਦਾ ਜਿਹੜਾ ਵੇਟ ਹੈ ਉਸ ਨੂੰ ਸਮਝਦੇ ਨੇ। ਔਰ ਵੀ ਹੈਵ ਪ੍ਰੋਫੈਸਰ ਫ੍ਰਾਂਚੈਸਕਾ ਕੈਸੀਓ ਜੋ ਸਿੱਖ ਮਿਊਜ਼ਿਕੋਲੋਜੀ ਦੀ ਚੇਅਰ ਹੈ, ਸਰਦਾਰਨੀ ਹਰਬੰਸ ਕੌਰ ਚੇਅਰ ਆਫ ਸਿੱਖ ਮਿਊਜ਼ਿਕੋਲੋਜੀ, ਹੋਫਸਟਰਾ ਯੂਨੀਵਰਸਿਟੀ ਵਿੱਚ ਉਸਦੇ ਸ਼ੀ ਇਜ਼ ਅ ਚੇਅਰਪਰਸਨ। Thank you both of you to be here today. Thank you to Just Punjabi and to all the listeners for having us. ਸਾਨੂੰ ਬੁਲਾਇਆ, ਬਹੁਤ ਸ਼ੁਕਰਗੁਜ਼ਾਰ ਹਾਂ। ਭਾਈ ਸਾਹਿਬ ਜੀ, ਇਹ ਜਿਸ ਡਿਬੇਟ 'ਤੇ ਆਪਾਂ ਅੱਜ ਗੱਲ ਕਰਨ ਲੱਗੇ ਹਾਂ ਇਹ ਇੱਕ ਬੜੀ ਫੰਡਾਮੈਂਟਲ ਡਿਬੇਟ ਹੈ। ਇਟਸ ਨਾਟ ਅਬਾਊਟ ਜਸਟ ਵਨ ਇੰਸਟਰੂਮੈਂਟ। ਔਰ ਇਹ ਫੰਡਾਮੈਂਟਲ ਇਸ ਕਰਕੇ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਇੱਕ ਲਫ਼ਜ਼ ਕਈ ਲੋਕ ਯੂਜ਼ ਕਰਦੇ ਨੇ, ਪੁਰਾਤਨ। ਮੈਂ ਇਹ ਪੁਰਾਤਨ ਲਫ਼ਜ਼ ਪਸੰਦ ਨਹੀਂ ਕਰਦਾ। ਇਸ ਦੇ ਵਿੱਚ ਕੋਈ ਪੁਰਾਤਨ ਔਰ ਮਾਡਰਨ ਦੀ ਗੱਲ ਨਹੀਂ ਹੈ। ਇਹ ਇੱਕ ਰਵਾਇਤ ਹੈ ਜੋ ਸਾਡੇ ਗੁਰੂਆਂ ਨੇ ਆਪ ਤਿਆਰ ਕੀਤੀ ਹੈ। ਉਸ ਰਵਾਇਤ ਨੂੰ ਪ੍ਰੀਜ਼ਰਵ ਕਰਨ ਦਾ, ਉਸ ਦੇ ਉੱਪਰ ਚੱਲਣ ਦਾ ਸਵਾਲ ਹੈ ਜਾਂ ਉਸ ਤੋਂ ਦੂਰ ਹੋਣ ਦਾ ਸਵਾਲ ਹੈ। ਅਸੀਂ ਇਸ ਸਾਰੇ ਇਸ਼ੂ ਨੂੰ ਸਮਝੀਏ, ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਕੁਝ ਫੰਡਾਮੈਂਟਲਸ ਦੀ ਜਾਣਕਾਰੀ ਹੋਏ। ਔਰ ਉਨ ਫੰਡਾਮੈਂਟਲਸ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਉਹ ਆ ਹੈ ਕਿ ਜਦ 5ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕਰਦੇ ਨੇ ਤੇ ਉਹ ਬਾਣੀਆਂ ਇਕੱਠੀ ਕਰਦੇ ਨੇ, ਗੁਰੂਆਂ ਦੀ ਵੀ, ਭਗਤਾਂ ਦੀ ਵੀ, ਗੁਰੂ ਨਾਨਕ ਤੋਂ ਪਹਿਲਾਂ ਵੀ ਜਿਹੜੇ ਭਗਤ ਹੋਏ ਉਹਨਾਂ ਦੀ ਵੀ, ਤੇ ਕਿਆ ਇਹ ਸਾਨੂੰ ਇਸ ਗੱਲ ਦੀ ਕਲੈਰਿਟੀ ਨਹੀਂ ਹੈ ਕਿਆ ਉਹ ਕੋਈ ਲਿਖਿਤ ਫਾਰਮ ਵਿੱਚ ਉਹਨਾਂ ਨੂੰ ਇਹ ਚੀਜ਼ ਮਿਲਦੀ ਹੈ ਜਾਂ ਉਹ ਕਿਧਰੇ ਸੁਣਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਕਿਨ ਰਾਗਾਂ ਵਿੱਚ ਗਾਈ ਗਈ ਹੈ ਜਿਸ ਨੂੰ ਪ੍ਰੀਜ਼ਰਵ ਕਰਦੇ ਨੇ। ਇਹ ਬੜਾ ਫੰਡਾਮੈਂਟਲ ਕੁਐਸਚਨ ਹੈ। ਇਸ ਦੇ ਉੱਪਰ ਕੁਝ ਰੋਸ਼ਨੀ ਪਾਓਗੇ? ਤੁਹਾਡੇ ਸਵਾਲਾਂ ਨੇ ਹੈਰਾਨ ਕੀਤਾ ਹੈ। ਖੁਸ਼ੀ ਵੀ ਹੁੰਦੀ ਹੈ ਜਦੋਂ
ਕਿਉਂਕਿ ਕੋਈ ਵੀ ਸਭਿਅਤਾ ਜਿਹੜੀ ਹੈ ਨਾ ਜੀ। ਉਹ ਜਿਉਂਦੀ ਹੁੰਦੀ ਹੈ ਦੋ ਤਰਫਾ ਖੇਡ ਹੈ ਜੀ ਇੱਕ ਜਿਹੜੇ ਪ੍ਰੋਟੈਗਨਿਸਟ ਹੁੰਦੇ ਨੇ ਜਿਹੜੇ ਵਿਦਿਆਵਾਂ ਨੂੰ ਜੀ ਰਹੇ ਹੁੰਦੇ ਨੇ ਜੀ ਦੂਜੇ ਹੁੰਦੇ ਨੇ ਲਿਖਾਰੀ ਚਿੰਤਕ ਜਿਹੜੇ ਵਿਦਵਾਨ ਹਨਗੇ ਯੂਨੀਵਰਸਿਟੀਆਂ 'ਚ ਪੜ੍ਹਾ ਰਹੇ ਨੇ ਜਾਂ ਜਿਨ੍ਹਾਂ ਦੇ ਹੱਥ ਕਲਮ ਹੈ ਜਰਨਲਿਜ਼ਮ ਦੀ ਸੋ ਮੁਬਾਰਕ ਦੇਣਾ ਆਪ ਸਾਰਿਆਂ ਨੂੰ ਜਸ ਪੰਜਾਬੀ ਵਿੱਚ ਵੀ ਆਪ ਜੀ ਨੂੰ ਵੀ ਜੀ ਕਿ ਜਿੰਨੀ ਕਲੈਰਿਟੀ ਹੋਵੇ ਔਰ ਜਿੰਨਾ ਫਿਕਰ ਹੋਵੇ ਜੀ ਉਹਦੇ ਨਾਲ ਲੋਕਾਈ ਦੇ ਵਿੱਚ ਚਰਚਾ ਸਿਆਣੀ ਹੁੰਦੀ ਹੈ ਵਿਦਵਤਾ ਭਰੀ ਹੁੰਦੀ ਹੈ ਤੂੰ ਮੈਂ ਦਾ ਵਿਸ਼ਾ ਨਹੀਂ ਹੈਗਾ ਸੋ ਜਿਹੜੇ ਤੁਸੀਂ ਸਵਾਲ ਪਾਏ ਨੇ ਮੁਬਾਰਕ ਨੇ ਇਹਦੇ ਨਾਲ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਮਹਾਰਾਜ ਕਹਿੰਦੇ ਨੇ ਅਸੀਂ ਵਿਦਿਆ ਦਾ ਵਿਚਾਰ ਕਰਨਾ ਹੈ ਪੁਰਾਤਨ ਅੱਖਰ ਤੁਸੀਂ ਇਸਤੇਮਾਲ ਕੀਤਾ ਮੈਂ ਸ਼ੁਰੂ ਵਿੱਚ ਮੈਂ ਚਾਹਾਂਗਾ ਇਸ ਬਾਰੇ ਦੋ ਅੱਖਰ ਬੋਲ ਦਿਆਂ ਬਾਣੀ ਨੂੰ ਅਸੀਂ ਕਦੇ ਪੁਰਾਤਨ ਨਹੀਂ ਕਹਿੰਦੇ ਜੀ ਇਹ ਕਾਬਿਲ ਗੌਰ ਹੈ ਜੀ ਪਰ ਸ਼ਬਦ ਰੀਤਾਂ ਨੂੰ ਅਸੀਂ ਕਹਿੰਦੇ ਕਿ ਪੁਰਾਤਨ ਰੀਤ ਹੈ ਉਹਦਾ ਕਾਰਨ ਹੈ ਜੀ ਉਹਦਾ ਕਾਰਨ ਹੈ ਕਿ ਅਸੀਂ ਕੰਟੈਂਪਰੇਰੀ ਯਾਨੀ ਕਿ ਜਿਹੜਾ ਮੌਜੂਦਾ ਵਰਤਮਾਨ ਸਮੇਂ ਦਾ ਸੰਗੀਤ ਹੈ ਉਸ ਤੋਂ ਅਲੱਗਾ ਕਰਕੇ ਅਸੀਂ ਜੋ ਗੁਰੂ ਸਾਹਿਬਾਂ ਦੀਆਂ ਵੇਲੇ ਦੀਆਂ ਰੀਤਾਂ ਜਿਹੜੀਆਂ ਨੇ ਗਾਈਆਂ ਜਾਂਦੀਆਂ ਉਹਨਾਂ ਨੂੰ ਅਸੀਂ ਪੁਰਾਤਨ ਰੀਤ ਕਹਿੰਦੇ ਹਾਂ ਜੀ ਜਿਹੜੀ ਰਾਗਾਂ ਦੇ ਰੂਪਾਂ ਦੀ ਗੱਲ ਹੈ ਹਾਰਮੋਨੀਅਮ ਦਾ ਵਿਸ਼ਾ ਹੈ ਆਪਾਂ ਉਹਦੇ ਬਾਰੇ ਚਰਚਾ ਕਰਾਂਗੇ ਵਿਚਾਰ ਕਰਾਂਗੇ ਉੱਤੇ ਪਰ ਜਿਹੜੇ ਸਾਜ਼ ਹਨਗੇ ਉਹ ਅਸੀਂ ਪੁਰਾਤਨ ਕਹਿ ਸਕਦੇ ਹਾਂ ਜਿਵੇਂ ਪੁਰਾਤਨ ਰੀਤਾਂ ਨੂੰ ਕਹਿੰਦੇ ਆ ਜਾਂ ਨਹੀਂ ਹੁਣ ਰਾਗਾਂ ਦੇ ਰੂਪ ਜਿਹੜੇ ਨੇ ਉਹ ਕਿਹੜੇ ਨੇ ਇਹਦੇ ਬਾਰੇ ਹੱਲੇ ਜਥੇਦਾਰ ਸਾਹਿਬ ਨੇ ਹੱਲੇ ਵਿਚਾਰ ਸ਼ਾਇਦ ਆਪਣੇ ਸਲਾਹਕਾਰਾਂ ਨਾਲ ਕਰਨਾ ਕਿਉਂਕਿ ਰਾਗ ਅਸੀਂ ਕਿਤੇ ਕੋਠਿਆਂ ਦੀ ਰਿਵਾਇਤ ਤੋਂ ਮੰਗ ਵੇ ਲਿਆਂਦੇ ਨੇ ਜਾਂ ਗਜ਼ਲਾਂ ਠੁਮਰੀਆਂ ਆਦਿ ਗਾਉਣ ਵਾਲਿਆਂ ਦੀ ਰਿਵਾਇਤਾਂ ਤੋਂ ਬਾਜ਼ਾਰੀ ਸੰਗੀਤ ਤੋਂ ਅਸੀਂ ਮੰਗ ਵੇ ਲਿਆਂਦੇ ਨੇ ਜਾਂ ਅਸੀਂ ਮੁਗਲ ਦਰਬਾਰ ਦੇ ਜਿਹੜੇ ਬਾਨੀ ਹਨਗੇ ਕਵਾਲ ਬੱਚੇ ਜਿਹੜਾ ਘਰਾਣਾ ਹੈ ਜਿਹੜੇ ਕਵਾਲੀਆਂ ਜਿਹੜੇ ਬਹੁਤ ਆਲਾ ਗਾਏ ਨੇ ਵਿਦਵਾਨਾਂ ਚੋਂ ਵਿਦਵਾਨ ਹੋਏ ਨੇ ਕਲਾਵੰਤ ਹੋਏ ਨੇ ਆਦਿ ਹੋਏ ਨੇ ਜਾਂ ਜਿਹੜੀ ਖਿਆਲ ਗਾਉਣ ਦੀ ਰਿਵਾਇਤ ਹੈ ਉਹਦਾ ਅਗੇਨ ਰਾਜ ਦਰਬਾਰਾਂ ਮੁਗਲ ਦਰਬਾਰ ਸ਼ਾਹੀ ਦਰਬਾਰਾਂ ਨਾਲ ਹੈਗਾ ਕਿ ਉਹ ਰਾਗ ਸਰੂਪ ਉੱਥੋਂ ਆਉਂਦੇ ਨੇ ਤੇ ਜਿਹੜੇ ਗਾਣ ਦੀਆਂ ਵਿਧੀਆਂ ਨੇ ਪੇਸ਼ਕਾਰੀ ਦਾ ਜਿਹੜਾ ਅੰਦਾਜ਼ ਹੈ ਉਹ ਵੀ ਮੰਗਵਾ ਦੂਜੇ ਦਰਬਾਰਾਂ ਰਾਜ ਦਰਬਾਰਾਂ ਜਾਂ ਮੰਦਰਾਂ ਹੋਰ ਰਿਵਾਇਤਾਂ ਤੋਂ ਉਹਨਾਂ ਤੋਂ ਅਸੀਂ ਆਂਦਾ ਹੀ ਤੇ ਅਸੀਂ ਦਰਬਾਰ ਸਾਹਿਬ ਉਹਨੂੰ ਲਾਗੂ ਕਰਕੇ ਮਤਲਬ ਕੱਲਾ ਸਾਜ਼ ਇੱਕ ਬਹੁਤ ਵੱਡਾ ਵਿਸ਼ਾ ਨਹੀਂ ਹੈ ਜੀ ਪਰ ਵਿਸ਼ਾ ਵੱਡਾ ਹੈ ਕਿ ਚਿੰਤਾ ਕਰਨੀ ਕਿ ਗੁਰਬਾਣੀ ਸੰਗੀਤ ਹੈ ਕੀ ਗੁਰਬਾਣੀ ਵਿੱਚ ਮਹਾਰਾਜ ਨੇ ਸਾਨੂੰ ਕੁਝ ਹਿਦਾਇਤ ਬਖਸ਼ੀ ਹੈ ਕਿ ਕੀਰਤਨ ਹੁੰਦਾ ਕਦੋਂ ਹੈ ਕਿਸ ਅਵਸਥਾ 'ਚ ਜਾ ਕੇ ਕੀਰਤਨ ਹੋ ਸਕਦਾ ਕੀਰਤਨ ਹੁੰਦਾ ਹੀ ਕੀ ਹੈ ਇਹ ਮੈਂ ਸਵਾਲ ਆਪਣੇ ਕੈਮਰੇ ਲਾ ਕੇ ਜਦ 90s 'ਚ ਮੈਂ ਬਜ਼ੁਰਗਾਂ ਨੂੰ ਜਾ ਕੇ ਪੁੱਛਦਾ ਸਾਂ ਤੇ ਇਹ ਸਵਾਲ ਸੀ ਕਿ ਕੀਰਤਨ ਕੀ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਫਰਮਾਨ ਮੈਨੂੰ ਯਾਦ ਆ ਰਿਹਾ ਹੈ ਜੇ ਆਗਿਆ ਹੋਵੇ ਆਪ ਸਾਰੇ ਨਾਲ ਸਾਂਝਾ ਕਰਦਾ ਜੀ ਰਾਗ ਬਿਲਾਵਲ ਦੀ ਇੱਕ ਪੜਤਾਲ ਹੈ ਮਹਾਰਾਜ ਦੀ ਮਹਾਰਾਜ ਕਹਿੰਦੇ ਨੇ ਮੋਹਨ ਨੀਂਦ ਨ ਆਵੈ ਹਾਵੈ ਹਾਰ ਕਜਰ ਬਸਤਰ ਭਰਨ ਕੀ ਨੇ ਉਡੀ ਨੀ ਸਵਾਲ ਪਾਉਂਦੇ ਨੇ ਕਬ ਘਰ ਆਵੈ ਰੀ ਰਹਾਓ ਪਹਿਲਾ ਇਸ ਪਦੇ ਵਿੱਚ ਦੋ ਰਹਾਓ ਨੇ ਇਹ ਪਹਿਲਾ ਜਿਵੇਂ ਥੀਏਟਰ ਜਿਵੇਂ ਹੁੰਦਾ ਨਾ ਜਿਵੇਂ ਦਸਮ ਪਾਤਸ਼ਾਹ ਕਹਿੰਦੇ ਵਿਚਿੱਤਰ ਨਾਟਕ ਹੈ ਜ਼ਿੰਦਗੀ ਦਾ ਜਿਹੜਾ ਕਰਤਾਪੁਰ ਪਰਮੇਸ਼ਵਰਾਂ ਨੇ ਆਥਰ ਕੀਤਾ ਹੈ ਜੀ ਕਿ ਅਕਾਲ ਹੋ ਕੇ ਵੀ ਕਾਲ ਨੂੰ ਆਈਡੀਏਟ ਕਰਨਾ ਖਿਆਲ ਕਿ ਕਾਲ ਕੋਈ ਹੋਏਗੀ ਚੀਜ਼ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਕਰਨਾ ਹੁਕਮ ਅਬਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧੀ ਲਗਾਏਂਦਾ ਉਸ ਸੁਨ ਸਮਾਧ ਚੋਂ ਮਹਾਰਾਜ ਕਹਿੰਦੇ ਕਿ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਕੁਝ ਵੀ ਹੈ ਨਹੀਂਗਾ ਨਾ ਜ਼ਿੰਦਗੀਆਂ ਨੇ ਉਪਤ ਖਪਤ ਨਾ ਆਵਣ ਜਾਣੀ ਨਾ ਕੁਝ ਉਪਜਦਾ ਹੈ ਨਾ ਖਪਦਾ ਹੈ ਨਾ ਆਂਦਾ ਕੋਈ ਨਾ ਜਾਂਦਾ ਹੈ ਉਹਦੇ ਵਿੱਚ ਆਈਡੀਏਟ ਕਰਨਾ ਕਰਤਾ ਕਿਹੋ ਜਿਹਾ ਅਦਭੁਤ ਅਵਾਕ ਸੋ ਦਰ ਤੇਰਾ ਕਿਹਾ ਸੋ ਕਰਕੇ ਜਿਤ ਮੈਂ ਸਭ ਸੰਭਾਲੇ ਪਹਿਲਾਂ ਸਾਰਿਆਂ ਦੇ ਬਣਨ ਤੋਂ ਪਹਿਲਾਂ ਖਿਆਲ ਜਿਸ ਵਿੱਚ ਸਮਾਏ ਹੋਏ ਨੇ ਯਾਨੀ ਕਿ ਉਹ ਸੁਨ ਸਮਾਦ ਵਿੱਚ ਉਹਦੇ ਕੋਲ ਆਈਡੀਆ ਹੈਗਾ ਕਿ ਕੋਈ ਹਰਜੋਤ ਸਿੰਘ ਵੀ ਹੋਏਗਾ ਕੋਈ ਬਲਦੀਪ ਸਿੰਘ ਵੀ ਹੋਏਗਾ ਸੋ ਉਹ ਉਸ ਕਰਤਾਪੁਰ ਪਰਮੇਸ਼ਵਰ ਦੀ ਗੱਲ ਇੱਥੇ ਹੋ ਰਹੀ ਹੈ ਮਹਾਰਾਜ ਉਹਨੂੰ ਕਹਿੰਦੇ ਨੇ ਕਿ ਕਬ ਘਰ ਆਵੇਗੀ ਪਹਿਲੀ ਅਵਸਥਾ ਉਹ ਨਾਟਕ ਦੇ ਵਿੱਚ ਉਹਨਾਂ ਦੀ ਆਪਣਾ ਪਹਿਲਾ ਇੱਕ ਪਲਾਟ ਹੈਗਾ ਉਸ ਥੀਏਟਰ ਦਾ ਵਿਚਿਤਰ ਨਾਟਕ ਦਾ ਜਿਹੜਾ ਰਾਹੋ ਪਹਿਲਾ ਰਾਹੋ ਦੂਜੇ 'ਚ ਅਵਸਥਾ ਬਦਲਦੀ ਹੈ ਪਹਿਲਾ ਅੰਤਰਾ ਮਹਾਰਾਜ
ਅਸਥਾਈ ਨੂੰ ਮੈਂ ਦੁਹਰਾ ਦੇਣਾ ਫਿਰ ਪਹਿਲਾ ਅੰਤਰਾ ਕਿ ਮੋਹਨ ਨੀਂਦ ਨਾ ਆਵੈ ਹਾਵੈ ਹਾਰ ਕਜਰ ਬਸਤਰ ਅਭਰਨ ਕੀਨੇ ਉਡੀਨੀ 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 ਕਬ ਘਰ ਆਵੈ ਰੀ ਰਹਾਓ ਪਹਿਲਾ सुनो सहेरी मिलन बात कहो सरन सुहागन चरण सीस धर रखे रख नहीं धर उस तो बाद फिर लिया नहीं जाता कि सरन सुहागन चरण सीस धर लालन मोहे मिलाव हो कब घर आवेरी फिर रीटरेट करते ने सवाल तीजे चरण च अक्सर बाणी च देखा जदों गुरु बख्शदा है ज्ञान गुरु ज्ञान मंदड़ाए दी अवस्था महाराज कहते ने कि सुनो सहेरी मिलन बात कहो सगरो अहं मिटावो हुण सवाल विचारदा है कि एक अहंकार है जिहड़ा सारे दा सारा मिटाना है या बहुत किस्म के अहंकार ने ते सारे मिटाने ने इस विच गुरसिख उही बिजी रहिंदा सोचदे कि असल अर्थ की है महाराज के सुनो सहेरी मिलन बात कहो सगरो अहं मिटावो तो घरी ही लालन पावो तब ये बाणी दे अखर ने जी तो ते तब then only then after तो घर ही लालन पावो यानी सगरो अहं मिटावो तो पहला अहं मिटिया ता घर ही लालन पावो तब रस मंगल गुण गावो आनंद रूप त्यावो नानक द्वारे आयो तो मैं लालन पायो री फिर प्लॉट बदलदा महाराज दी निर्वाण पदे दी अवस्था महाराज रहाओ दूजे फरमांदे ने कि मोहन रूप दिखावै अब मोहे नींद सुहावै मीठी पिर है कहानी अब मैं सहज समानी मोहन लालन पायोरी ये हुण पावांगा या पावांगे नहीं रेट्रोस्पेक्टिव है कि पा लिया हुण ध्या लिया हुण आनंद आ गया सो इहो जे पदियां सानू पता लगता है कि कीर्तन है की कीर्तन किस अवस्था का नाम है कीर्तन ये लड़ाइयां का नाम नहीं कि ओ जी साज वाजा लियाओ जी सौखा बड़ा जी तबला लियाओ जी जोड़ी ना बजाओ इत्थे आटा उड़दा जी ये कोई डायलॉग है असी जे आशक हाँ महाराज दे जिन्हां ने महाराज दा सदा मन के जाओ तो प्रेम खेलन का चाहो सिर तर तली गली मोरी आओ अहीं उन्हां दे वंश हाँ जिन्हां ने अपने सीस तली ते धर के गुरु नानक महाराज दी गलियां च जिन्हां ने वासा पाया सानू तो उही इश्क है जी कि बाबे ने रवाब 6 तारां दी बनाई बाबे नू पसंद सी बाबा जदों गाउंदा ही साडा ਉਹਦੇ ਨਾਲ ਭਾਈ ਮਰਦਾਨਾ ਉਹਨਾਂ ਦਾ ਗੁਰਸਿੱਖੜਾ ਉਹਨਾਂ ਦੇ ਪਹਿਲੇ ਸਿੱਖਾਂ ਚੋਂ ਉਹਨਾਂ ਦਾ ਸਿੱਖਿਆਰਥੀ ਉਹ ਪਿਆਰ ਰਬਾਬ ਵਜਾਉਂਦਾ ਸੀ ਸਾਨੂੰ ਤਾਂ ਇਹਦੇ 'ਚ ਇਸ਼ਕ ਹੈ ਕਿ ਗੁਰੂ ਅਮਰਦਾਸ ਮਹਾਰਾਜ ਨੇ ਸਰੰਦਾ ਬਣਾਇਆ नवाब रामपुर सादिक अली खां अपनी किताब कानून मौसीकी 1874 च लिखता है कि वाह जय हो जानिया जाए कितना डेफिनेटिव है कि ये सरंदा ये साज इजाद किया वो गुरु अमरदास का है जिनका मंदिर स्थान अमृतसर शहर में मशहूर है वो अपने आप च जिन्हों कहिए कि ये इश्क ही सानू लुट लेंदा है कि ताऊस गुरु हरगोबिंद महाराज ने सिरजिया ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਅੱਜ ਅਸੀਂ ਗੱਲ ਕਰ ਰਹੇ ਹਾਂ ਭਾਈ ਬਲਦੀਪ ਸਿੰਘ ਜੀ ਨਾਲ ਤੇ ਫ੍ਰੈਂਚੈਸਕਾ ਕੈਸੀਓ ਜੀ ਨਾਲ ਫ੍ਰੈਂਚੈਸਕਾ ਯੂ نو we hear Gurbani Sangeet, but when we talk of classical art forms of music in India, we primarily understand it to be Hindustani and Carnatic, right? With South India. And I think this division came somewhere after the Mughals came, right? Around 14th, 15th century probably. But I don't know if Gurbani Sangeet is recognized as a stream in itself, a different field of music, as to say, or
the way it's popularly understood is that even, they say some people sing in the classical ragas, those are the classical ragas, khayal and all used in the Hindustani classical. It's not a different art form in itself. You being an academic, what would you say? Thank you, first of all, for inviting me, and I'm happy to share some thoughts about it. We're talking about the harmonium as an instrument that was brought by the colonizers, by the British, by the French first, and then the British. But also the very idea of classical music is imported from the Europeans, from the Eurocentric culture. So I think that learning Gurbani Sangeet, it's a great chance for scholars as well, not only for the Sikh community at large, but for scholars to revisit and rethink those categories. I'm sorry, I must, I have to rephrase my question. I don't even know what is classical music, so that's where I would start from. What's classical music? Maybe there is really not a native word for classical. Again, the term classical was borrowed from Western culture. So to create a category of music that was raga based was also considered exclusive to a certain extent, as it was patronized and was also performed by professional musicians, heritage families, the Gharanas. So, but also the very idea of classical music was created by or with the support of Western scholars. So maybe it's a new idea, the idea of classical music, and so the binary, the division between classical and folk and then devotional has a colonial root. So I think that studying Gurbani Sangeet from a different perspective, or what we do at Hofstra, and what I'm trying to bring with my academic work, is to provide a different understanding of South Asian music, first of all. I would like to broaden so that we include also pre-partition culture, not just Indian or Hindustani or Southern, Carnatic music. Also, if you look at the breadth of knowledge and ragas, which is contained and preserved in a written form in the Sri Guru Granth Sahib, but also orally in the Gurbani Parampara, it includes ragas and also others from the south of India. So it's not only Hindustanis, we are not only considering North Indian music. So I would like to break certain categories, the categories of, I think that the study, a serious study of Gurbani Sangeet overall, it's a great chance for everybody to rethink the categories in which we classified according to Western knowledge Indian music, South Asian music. So we have to, I think, through Gurbani, through the study, a serious, deep study of the oral tradition that has been preserved in lineages, but also within the Sri Guru Granth Sahib in a written form, we have the great opportunity to learn a lot. How the world, how South Asia was at the time of, Guru Arjan Dev Ji, if we are thinking about the collection and the writing of the of the Adi Granth, of the first scripture, but also even at the time of Guru Nanak Dev, how the world was more connected, what was the cross-pollination also among traditions and genres. So what we are doing at Hofstra is also reading the Gurbani Kirtan tradition, Gurbani Sangeet, from a different lens, which reflects Guru Nanak's pluriversal vision. So how Guru Nanak himself had that broad vision that was inclusive, not exclusive. So I just want to make a point that the idea, the classical Western idea, Westernized idea, concept of classical music and or raga music as classical, it's exclusive. And that goes against the very argument of Guru Nanak of being inclusive. So ragas, first of all, back then, at the time of the Sikh gurus, were not exclusive knowledge.
that were melodies. If you think about ragas as melodic frameworks, those were common knowledge. Then, of course, one had to learn the compositions. You know, but this again is ਜੀ ਅਰਜ਼ ਕਰਦੇ ਹਾਂ ਜੀ ਜਿਹੜਾ ਤੁਹਾਡਾ ਸਵਾਲ ਤੇ ਉਹਨਾਂ ਦਾ ਜਿਹੜਾ ਜਵਾਬ ਹੈ ਤਾਂ ਕਿ ਜਿਹੜੇ ਪੰਜਾਬੀ ਚ ਜਾਣਦੇ ਨੇ ਕਿ ਜਿਹੜਾ ਪ੍ਰੋਫੈਸਰ ਕਾਸੀਆ ਦਾ ਦੱਸਣਾ ਕਿ ਸ਼ਾਸਤਰੀ ਸੰਗੀਤ ਕਲਾਸੀਕਲ 뮤직 ਦਾ ਟਰਮ ਹੈ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਸ਼ਾਸਤਰੀ ਸੰਗੀਤ ਉਹਦੀ ਕਲਾਸੀਕਲ 뮤직 ਦੀ ਟ੍ਰਾਂਸਲੇਸ਼ਨ ਹੈ ਜੀ ਯਾਨੀ ਕਿ ਇਹ ਨਹੀਂ ਕਿ ਪਹਿਲਾਂ ਉਹਨੂੰ ਸ਼ਾਸਤਰੀ ਸੰਗੀਤ ਕਹਿੰਦੇ ਆ ਹੁਣ ਬੰਦਾ ਕਹੇ ਕਿ ਜੇ ਤੁਸੀਂ ਸ਼ਾਸਤਰੀ ਸੰਗੀਤ ਕਹਿੰਦੇ ਹੋ ਤੇ ਫਿਰ ਤੁਸੀਂ ਉਹਨੂੰ ਉਪ ਸ਼ਾਸਤਰੀ ਸੰਗੀਤ ਕਹਿੰਦੇ ਹੋ ਤੇ ਸ਼ਾਸਤਰ ਤਾਂ ਕਿਹੜੇ ਨੇ ਜਿਹੜੇ ਸ਼ਾਸਤਰੀ ਨੇ ਜਿਹੜੇ ਸੰਗੀਤ ਦੇ ਸ਼ਾਸਤਰ ਨੇ ਜਾਂ ਜਿਹੜੇ ਵੇਦ ਸ਼ਾਸਤਰ ਨੇ ਹੁਣ ਵੇਦਾਂ ਦੇ ਵਿੱਚ ਤਾਂ ਵੈਦਿਕ ਗਾਨ ਕਹਿ ਦਿੰਦੇ ਨੇ ਵੇਦਾਂ 'ਚ ਗਾਨ ਸੀ ਸਾਮ ਗਾਨ ਸੀਗਾ ਸਾਮ ਵੇਦ ਦਾ ਗਾਨ ਸੀ ਉਹਦਾ ਅੱਜ ਦੇ ਸੰਗੀਤ ਨਾਲ ਸੰਬੰਧ ਜਾਂ ਤਾਂ ਸਾਬਿਤ ਕਰਦੇ ਕੋਈ ਅੱਛਾ ਸੋ ਇਹ ਜਿਹੜਾ ਕੋਲੋਨਾਈਜ਼ਡ ਜਿਹੜਾ ਈਰਾ ਹੈ ਭਾਵੇਂ ਉਹ ਅੰਗਰੇਜ਼ ਸੀ ਪੁਰਤਗਾਲੀ ਸੀ ਫ੍ਰੈਂਚ ਜੋ ਵੀ ਰਹੇ ਉਹ ਗੱਲ ਆਡਾ ਉਹ ਇੱਕ ਮਾਡਰਨ ਈਰਾ ਹੈ ਜਿਹਦੇ 'ਚ ਐਡਵੈਂਟ ਹੋ ਰਿਹਾ ਹੈ ਹਾਰਮੋਨੀਅਮ ਕਿਉਂ ਪੁੱਜਿਆ ਕਿਉਂਕਿ ਇੱਕ ਫੈਕਟਰੀ ਪ੍ਰੋਡਕਸ਼ਨ ਹੋਣ ਲੱਗ ਗਿਆ ਜੀ ਜੀ ਸੋ ਇਹ ਵੀ ਗੱਲਾਂ ਸੀ ਪਹਿਲਾਂ ਸਾਜ਼ ਇੱਕ ਵਿਦਵਾਨ ਕੋ ਬਣਾਉਂਦਾ ਸੀ ਕਿਸੇ ਸਿਆਣੇ ਲਈ ਵਿਦਵਾਨ ਵਾਲਾ ਵਿਦਵਾਨ ਸੀ ਗਵਈਆ ਵਿਦਵਾਨ ਸੀ ਤੇ ਉਹ ਇੱਕ ਨਿੱਜੀ ਸੰਬੰਧ ਸੀ ਸ਼ਾਸਤਰੀ ਸੰਗੀਤ ਜਿਹੜਾ ਹੈ ਇਹ ਵੀ ਜਿਹੜਾ ਪ੍ਰੋਫੈਸਰ ਐਨ ਰਾਮਾਨਾਥਨ ਨੇ ਇੱਥੇ ਪਰਚਾ ਲਿਖਿਆ ਜਿਹੜਾ ਮੈਂ ਆਪਣੇ ਹੌਫਸਟਰ ਯੂਨੀਵਰਸਿਟੀ ਜਿਹੜਾ ਸੈਮੀਨਾਰ ਅੰਤਰਰਾਸ਼ਟਰੀ ਸੈਮੀਨਾਰ ਹੋਇਆ ਸੀ ਉਹਦੇ ਵਿੱਚ ਮੈਂ ਉਹਨੂੰ ਅਟੈਂਡ ਕਰ ਰਿਹਾ ਹਿੰਦੁਸਤਾਨੀ ਕਲਾਸੀਕਲ और कर्नाटक संगीत है हिंदुस्तानी संगीत है 150 साल पुराने अखर ने उस तो पहला की सी कि जी कहते ये धुरपद सुनाओ जी यानी कि जो शैली है जी जी कोई जी छंद सुना दो कोई टप्पा सुना दो कोई गीत सुना दो जी सो यानी कि जे या ख्याल सुना दो वड्डा या छोटा या जी सद सुनाओ जी या तुसी बिरहड़ा सुनाओ कोई सुचज्जी अलानियां सुनाओ घोड़ियां सुनाओ लावां सुनाओ जी सो ओ एक जॉनरा दे नाम ते गायन शैली दे नाम ते जाने जाते सी ये ਜਿਹੜੇ ਨਵੇਂ ਟਰਮ ਨੇ ਇੱਕ ਮਾਡਰਨ ਈਰਾ ਦੇ ਜਿਹੜੇ ਐਂਥਰੋਪੋਲੋਜਿਸਟ ਆਏ ਆ ਪਹਿਲਾਂ ਤਾਂ ਰਬਾਬ ਸੀ ਉਹਦੇ ਐਂਥਰੋਪੋਲੋਜਿਸਟ ਆਏ ਪੱਛਮੀ ਜਿਹੜੇ ਸਕਾਲਰ ਨੇ ਉਹ ਇੰਡੀਆ ਨੂੰ ਜੀਵਨ ਨੂੰ ਦੇਖ ਰਹੇ ਨੇ ਉਹ ਆਪਣੇ ਲੈਂਸ ਪਾ ਕੇ ਆਪਣੇ ਖਾਂਚੇ ਬਣਾ ਕੇ ਤੇ ਉਹ ਕਹਿੰਦੇ ਜੀ ਇਹ ਇੰਡੀਅਨ ਰਬਾਬ ਹੈ ਕਿਉਂਕਿ ਇੱਕ ਅਫਗਾਨੀ ਰਬਾਬ ਹੈ ਉਹ ਹਿੰਦੁਸਤਾਨੀ ਰਬਾਬ ਦਾ ਪੋਇਆ ਇਹ ਮੈਂ ਸਿਰਫ ਮੈਂ ਪੰਜਾਬੀ ਚ ਮੈਂ ਕਿਹਾ ਤੁਹਾਡੇ ਨਾਲ ਸਾਂਝਾ ਕਰਦਾ ਮੈਂ ਸਿਰਫ ਇਹ ਗੱਲ ਥੋੜੀ ਸਮਝਣਾ ਚਾਹਾਂਗਾ ਆਪਣੇ ਵਿਊਅਰਸ ਲਈ ਕਿ ਮੈਂ ਕੋਈ ਮਿਊਜ਼ਿਕ ਦਾ ਸਟੂਡੈਂਟ ਵੀ ਨਹੀਂ ਆ ਮੈਨੂੰ ਇਹ ਨਿਊਆਂਸਸ ਨਹੀਂ ਪਤਾ ਕੋਈ क्या टेक्निकल नुआंसेस है जिदी करके तुसी डिफरेंशिएट करते हो कि ये कर्नाटक म्यूजिक है ये हिंदुस्तानी शैली है या you mean there's no difference that exists these are just terms ਤੁਹਾਨੂੰ हैरानी होएगी जी एक खुशी भी होएगी कि गुरु ग्रंथ साहब दे सब तो पहले ऑथर कौन ने भगत जयदेव ने 1170 ईस्वी ਦੇ ਜਨਮੇ जी बाबा शेख फरीद ਉਹਨਾਂ ਤੋਂ ਸਿਰਫ 3 ਸਾਲ ਛੋਟੇ ਨੇ जी ਹੁਣ ਭਗਤ ਜयदेव ਕਰਨਾਟਕ ਸੰਗੀਤ ਦੇ ਵੀ ਸਭ ਤੋਂ ਪਹਿਲੇ ਆਥਰ ਨੇ जी ਬੜੀ ਮਜ਼ੇ ਦੀ ਗੱਲ ਹੈ ਹੁਣ ਕਿਉਂਕਿ ਆਈ ਥਿੰਕ ਜਿਹੜੇ ਪੁਰਾਣੇ ਗੁਰਸਿੱਖ ਪਰਿਵਾਰ ਹਨਗੇ ਜਿਹੜੇ ਗੁਰੂ ਕਾਲ ਦੇ ਵੇਲੇ ਤੋਂ ਜਿਹੜੇ ਪਰਿਵਾਰ ਚਲੇ ਆ ਰਹੇ ਨੇ ਸੁਭਾਗ ਹੈ ਬੜੇ ਪਰਿਵਾਰ ਨੇ ਪਰ ਉਹਨਾਂ ਸਾਰਿਆਂ ਚੋਂ ਸਿਰਫ ਮੈਂ ਹੀ ਹਾਂ ਜਿਹੜਾ ਗਲੀਆਂ 'ਚ ਫਿਰਿਆ ਦੱਖਣੀ ਏਸ਼ੀਆ ਦੀਆਂ ਸਾਊਥ ਦੇ ਜਿਹੜੇ ਵੱਡੇ ਪ੍ਰੋਫੈਸਰ ਨੇ ਪ੍ਰੋਫੈਸਰ ਐਸ.ਆਰ. ਜਾਨਕੀ ਰਮਨ ਪ੍ਰੋਫੈਸਰ ਐਨ ਰਾਮਾਨਾਥਨ ਆਦਿ ਪ੍ਰੋਫੈਸਰ ਵਿਦਵਾਨ ਟੀ.ਵੀ.ਆਰ. ਸ਼ੰਕਰ ਨਾਰਾਇਣ ਜਿਹੜੇ ਜਿਨ੍ਹਾਂ ਕੋਲ ਸੋਮੇ ਨੇ ਸਿੱਧੀ ਕੜੀਆਂ ਉਸਤਾਦ ਉਮਿਆਲ ਆਪਣੇ ਡਾਕਟਰ ਉਮਿਆਲਪੁਰਮ ਸਿਵਰਮਨ ਸਿੱਧੀਆਂ ਜਿਹੜੀਆਂ ਲੜੀਆਂ ਤਿਆਗ ਰਾਜ ਪੁਰੰਦਰਦਾਸ ਆਦਿ ਦਿਨਾਂ ਦੇ ਨਾਲ ਜਿਹੜੀਆਂ ਜਾਂਦੀਆਂ ਨੇ ਕੜੀਆਂ ਉਹ ਸਾਰਿਆਂ ਨੂੰ ਮੈਂ ਪੁੱਛਿਆ ਕਿ ਕੀ ਭਗਤ ਜੈਦੇਵ ਦੀ ਕੋਈ ਸ਼ਰੂਤੀ ਕੋਈ ਨਾਦ ਕੋਈ ਗੀਤ ਉਦੋਂ ਦਾ ਬਚਿਆ ਕਿਸੇ ਕੋਲ ਨਹੀਂ ਹੈਗਾ ਜੀ ਸੋ ਇਹ 150 ਸਾਲ ਪਹਿਲਾਂ ਇੱਕ ਆਪਸ 'ਚ ਮਿਲਵਰਤਨ ਸੀ ਅੱਡ ਨਹੀਂ ਸੀ ਰਾਗ ਸੰਗੀਤ ਸੀ ਜੀ ਅਲੱਗ-ਅਲੱਗ ਇਲਾਕਿਆਂ ਦੇ ਅੱਡ-ਅੱਡ ਰਾਗ ਵੀ ਸੀ ਲੋਕ ਸਿੱਖਦੇ ਸੀ ਜੀ 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 ਅਸੀਂ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਸੀ ਵੇਖਦੇ ਰਹੋ ਦ ਵੇ ਫਾਰਵਰਡ ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਬਲਦੀਪ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕੀਤੀ
ਕਿ ਇਹ ਇੱਕ ਵੈਸਟਰਨ ਕੰਸਟਰਕਟ ਹੈ, ਉਹਨਾਂ ਦੀ ਮੋਹਰ ਹੈ, ਐਂਡ ਐਜ਼ ਫ੍ਰਾਂਸਿਸਕਾ ਸੈਡ, she said there's nothing called classical. ਹੁਣ ਆਪਾਂ ਇਹ ਗੱਲ ਸਮਝਦੇ ਹਾਂ ਕਿ ਕੋਈ ਰਾਗ ਆਸਾ ਹੈ, it's a folk rag from folk singing done in Rajasthan at some time, right? Not necessarily other. No, देखो जी ਇਹ ਇੱਕ ਸੱਚ ਹੈ ਜੀ ਕਿ ਰਾਗ ਮੁਲਤਾਨੀ ਹਾਂ ਮੁਲਤਾਨ ਦੀ ਲੋਕ ਧੁਨ ਚੋਂ ਬਣਾਇਆ। ਅੱਛਾ ਜੀ। ਪਰ ਜਦੋਂ ਰਾਗ ਅੱਖਰ ਆ ਗਿਆ ਹੁਣ ਜੀ। ਉਹਦਾ ਸਟਰਕਚਰ ਬਣ ਚੁੱਕਾ ਹੈ। ਤੇ ਰਾਗ ਅੱਖਰ ਦਾ ਮਤਲਬ ਹੈ ਸਟਰਕਚਰਡ। ਹਾਂਜੀ, ਰਾਗ ਅੱਖਰ ਹੈ ਜਿਹਦੇ 'ਚ ਇੱਕ ਡਾਇਨਾਮਿਕ ਬਣ ਗਈ, ਵਿਆਕਰਨ ਬਣ ਚੁੱਕਾ ਹੈ ਜੀ। ਯਾਨੀ ਕਿ ਲੋਕੀ ਕਹਿਣਗੇ ਜੀ ਕੋਈ ਵੀ ਭਾਸ਼ਾ ਹੈ ਜੀ ਜਦੋਂ ਭਾਸ਼ਾ ਬਣ ਗਈ ਜੀ ਉਦੋਂ ਉਹ ਇੱਕ ਸਟਰਕਚਰ ਆ ਗਿਆ ਠੀਕ ਹੈ ਜੀ ਕਿ ਇੱਕ ਆ ਜਾ ਜੀ 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 ਜੀ। ਸੋ ਇਹ ਸਟਰਕਚਰ ਬਣ ਗਿਆ, ਵਿਆਕਰਨ ਬਣ ਗਿਆ, ਬਿਲਕੁਲ ਹਾਂ, ਫਰੇਮ ਐਬਸੋਲੂਟਲੀ। ਸੋ ਰਾਗ ਆਸਾ ਜਦੋਂ ਆ ਗਿਆ ਜੀ ਹੁਣ ਉਹ ਰਾਗ ਹੈ, ਹੁਣ ਕੱਲੀ ਧੁਨ ਨਹੀਂ ਹੈ। ਅੱਛਾ ਜੀ। ਰਾਗ ਦੇ ਵਿੱਚ ਕੀ ਹੈ ਸਟਰਕਚਰ ਕਿ ਜਿਵੇਂ ਇੱਕ ਸਵਰ ਹੈ, ਸਵਰਾਂ ਦਾ ਕਈ ਹੁਣ ਢਾਂਚਾ ਜਿਹੜੇ ਫਰੇਮਵਰਕ ਜਿਵੇਂ ਡਾਕਟਰ ਕਾਸਿਓ ਨੇ ਅੱਖਰ ਐਡ ਕੀਤਾ ਹੈ ਇਸ ਜੀ। ਵਾਰਤਾ ਦੇ ਵਿੱਚ, ਢਾਂਚਾ ਕੀ ਬਣਿਆ ਕਿ ਇੱਕ ਸਵਰਾਂ ਦੇ ਭੇਦ ਨੇ ਜੀ ਸੁਰਾਂ ਦੇ ਭੇਦ ਨੇ ਕਿ ਵਾਦੀ ਸਵਰ ਹੈ ਜੀ ਅੰਗਰੇਜ਼ੀ ਜੇ ਅਸੀਂ ਕਹਾਂਗੇ ਦ ਮੋਸਟ ਕਨਵਰਸੈਂਟ ਨੋਟ, ਯਾਨੀ ਕਿ ਜਿਹੜਾ ਸਭ ਤੋਂ ਜ਼ਿਆਦਾ ਟੈਂ ਟੈਂ ਕਰੇ, ਪੰਜਾਬੀ ਜੇ ਹਾਸੇ ਵਿਅੰਗ ਚ ਕਹਿਣਾ ਹੋਵੇ, ਜਿਹੜਾ ਸਭ ਤੋਂ ਜ਼ਿਆਦਾ ਗੱਪ ਮਾਰਦਾ ਹੈ ਜਾਂ ਜੋ ਕੁਝ ਕਹਿੰਦਾ ਹੈ, ਵਾਦ ਕਰਦਾ ਹੈ ਜੀ। ਉਹਦੇ ਨਾਲ ਦੂਜਾ ਸਵਰ ਹੈ ਸੰਵਾਦੀ। ਅੱਛਾ ਜੀ ਯਾਨੀ ਕਿ ਦੋ ਸਵਰ ਜਿਹੜਾ ਉਹਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰ ਰਿਹਾ ਜੀ ਪਰ ਮੁਖਾਤਬ ਉਹੀ ਹੈ, ਜੀ ਪਲਪਿਟ ਉਹਦੇ ਕੋਲ ਹੈ, ਮਾਈਕ੍ਰੋਫੋਨ ਉਹਦੇ ਕੋਲ ਹੈ ਜੀ। ਪਰ ਉਹ ਸੰਵਾਦੀ ਹੈ। ਫਿਰ ਅਣੁਵਾਦੀ ਜਿਹੜੇ ਮਦਦਗਾਰ ਸਵਰ ਨੇ ਜੀ ਜਿਹੜੇ ਉਹਦੇ ਵਿੱਚ ਮਦਦ ਜਿਵੇਂ ਸਹਾਈ ਹੁੰਦੇ ਨੇ ਉਸ ਵਾਰਤਾ ਨੂੰ ਅੱਗੇ ਵਧਾਉਣ ਲਈ। ਜੀ। ਚੌਥੀ ਅਵਸਥਾ ਹੈ ਵਿਵਾਦੀ ਸਵਰ। ਜੀ ਹੁਣ ਵਿਵਾਦੀ ਉਹ ਨਹੀਂ ਹੈ ਜੋ ਵਰਜਿਤ ਸਵਰ ਹੈ, ਉਹ ਅਲੱਗ ਹੈ, ਜਿਹੜਾ ਫੋਰਬਿਡਨ ਨੋਟ ਹੈ। ਵਿਵਾਦ ਹੈ ਜਿੱਥੇ ਸਵਾਲ ਹੁੰਦੇ ਨੇ ਕਿ ਤੁਸੀਂ ਜੀ ਆਹ ਗੱਲ ਕਹੀ ਇਹ ਕਿਵੇਂ ਹੈ ਜੀ ਸਵਾਲ, ਜਿਵੇਂ ਕਬ ਘਰ ਆ ਵੈਰੀ, ਉਹ ਵਿਵਾਦੀ ਗੱਲ ਹੈ ਜੀ। ਕਿ ਠੀਕ ਹੈ ਹਾਰ ਕਜਰ ਬਸਤਰ ਅਭਰਨ ਕੀਨੇ ਉਡੀਨੀ 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 ਕਬ ਘਰ ਆ ਵੈਰੀ, ਇਹ ਵਿਵਾਦ ਖੜਾ ਕੀਤਾ ਕਿ ਹੁਣ ਉਹਨੂੰ ਸਮਾਧਾਨ ਚਾਹੀਦਾ ਇਹਦਾ। ਜੀ। ਇੱਕ ਨਵਾਂ ਇੱਕ ਸਵਾਲ ਉੱਠਿਆ, ਗੱਲਾਂ ਚੋਂ ਗੱਲ ਨਿਕਲੀ। ਜੀ ਸੋ ਇਹ ਇੱਕ ਵਾਦੀ ਸੰਵਾਦੀ ਅਨੁਵਾਦੀ ਵਿਵਾਦੀ ਵਰਜਿਤ ਇੱਕ ਸਟਰਕਚਰ ਬਣਿਆ, ਤਾਂ ਜਾ ਕੇ ਰਾਗ ਬਣਿਆ। ਉਹਦੇ 'ਚ ਫਿਰ 4 ਸਥਾਈ ਇਹਦੇ ਢਾਂਚੇ ਨੇ, ਆਰਕੀਟੈਕਚਰ ਜਿਹਨੂੰ ਕਹੀਏ। ਇੱਕ ਹੈ ਪਹਿਲਾਂ ਅਸਥਾਈ ਦਾ, ਜੀ। ਜਿਵੇਂ ਰਹਾਉ ਦੀ ਤੁਕ ਆਈ, ਰਹਾਉ ਤੋਂ ਪਹਿਲਾਂ ਭਗਤ ਜੈਦੇਵ ਦੀ ਜਿਹੜੀ ਓਰੀਜਨਲ ਬਾਣੀ ਹੈ ਉਹਦੇ ਵਿੱਚ ਧਰੁਵਾ ਅੱਖਰ ਇਸਤੇਮਾਲ ਹੈ, ਜੋ ਧਰੁਵ ਪਦ ਬਣਿਆ, ਯਾਨੀ ਕਿ ਉਹ ਪਦੇ ਜਿਨ੍ਹਾਂ 'ਚ ਧਰੁਵਾ ਹੋਵੇ, ਯਾਨੀ ਕਿ ਸਥਾਈ ਰੂਪ ਰਹਾਉ ਦੀ ਤੁਕ ਹੋਵੇ। ਲੋਕੀ ਹੁਣ ਧਰੁਵ ਤਾਰੇ ਨਾਲ ਜੁੜੀ ਜਾਂਦੇ ਨੇ। ਧਰੁਵਾ ਹੈ ਕਿ ਮੇਨ ਜਿਹੜੀ ਥੀਮ ਹੈ ਉਹ ਅਸਥਾਈ ਬਣੀ ਜਾਂ ਸਥਾਈ ਖਿਆਲ। ਫਿਰ ਉਹਦਾ ਅੰਤਰਾ ਬਣਿਆ, ਯਾਨੀ ਕਿ ਇੱਕ ਧੁਨ ਹੈ ਜੇ ਤੇ ਹੁਣ ਉਹਦੇ 'ਚ ਅੰਤਰਾ ਬਣਿਆ, ਪਹਿਲੀ ਧੁਨ ਤੋਂ ਦੂਜੀ ਤੁਕ ਆਈ। ਜੀ ਜੀ ਜੀ। ਫਿਰ ਸੰਚਾਰੀ ਹੈ ਤੇ ਅਭੋਗ ਹੈ, ਇਹ 4 ਨੇ। ਅਭੋਗ ਵਿੱਚ ਆਮ ਤੌਰ ਤੇ ਜਿਹੜੇ ਆਥਰ ਨੇ ਜਿਵੇਂ ਕਹੇ ਰਵਿਦਾਸ, ਕਹੇ ਕਬੀਰ, ਕਹੇ ਨਾਨਕ, ਕਹੋ ਨਾਨਕ, ਇਹ ਆਦ ਅੱਖਰ ਆਉਂਦੇ ਨੇ। ਸੋ ਜਦੋਂ ਠੀਕ ਹੈ ਧੁਨਾਂ ਤੋਂ ਰਾਗ ਆਏ, ਪਰ ਜਦੋਂ ਰਾਗ ਬਣ ਗਏ ਉਹ ਹੁਣ ਇੱਕ ਵਿਆਕਰਣ ਦਾ ਹਿੱਸਾ ਨੇ। ਜੀ 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 ਜੀ। ਔਰ ਇਹ ਜਿਹੜਾ ਵਿਆਕਰਣ ਹੈ ਇਹ ਗੁਰਬਾਣੀ ਦਾ ਤੁਸੀਂ ਕਹਿ ਰਹੇ ਹੋ ਕਿ ਇੱਕ ਅਲੱਗ ਵਿਆਕਰਣ ਹੈਗਾ, ਗੁਰਬਾਣੀ ਸੰਗੀਤ ਵਿੱਚ ਇਹ ਡਿਵੈਲਪਡ ਹੈ। ਮੈਂ ਇਹ ਜਿਹੜੀ ਗੱਲ ਸ਼ੁਰੂ ਕੀਤੀ, ਮੈਂ ਇਸ ਕੰਟੈਕਸਟ ਵਿੱਚ ਇਹ ਹੁਣ ਹਾਰਮੋਨੀਅਮ ਦੀ ਆਪਾਂ ਗੱਲ ਕਰੀਏ, ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਗੁਰੂ ਗ੍ਰੰਥ ਹੈਗਾ ਉਹ ਸ਼ਬਦ ਪ੍ਰਧਾਨ ਹੈ। ਅਸੀਂ ਚਾਹੁੰਦੇ ਹਾਂ ਕਿ ਉਸਦਾ ਜਿਹੜਾ ਲੈਸਨ ਹੈ ਉਹ ਇੱਕ ਲੈਸਨ ਹੈ, ਇੱਕ ਸਿੱਖਿਆ ਹੈ ਉਸ ਦੇ ਵਿੱਚ। ਆਈ ਡੋਂਟ ਥਿੰਕ ਇਟਸ ਜਸਟ ਮੈਡੀਟੇਟਿਵ ਸਿੰਗਿੰਗ, ਰਾਈਟ? ਅਗਰ ਕਹਿੰਦੇ ਸੋ ਕੁ ਮੰਦਾ ਆਖੀਏ ਜਿਨ ਜਨ ਮੇਰਾ ਜਾਨ, ਇੱਕ ਮੈਸੇਜ ਹੈ, ਰਾਈਟ? ਗੁਰੂ ਗਿਆਨ ਦੇ ਰਿਹਾ। ਹੁਣ ਇਹ ਜਿਹੜਾ ਗਿਆਨ ਹੈ ਆਪਾਂ ਐਸਾ ਸਮਝਦੇ ਹਾਂ ਕਿ ਇਹ ਜਿਹੜੀ ਲੈਂਗੁਏਜ ਵੀ ਗੁਰੂ ਸਾਹਿਬਾਨ ਨੇ ਯੂਜ਼ ਕੀਤੀ, ਮੋਸਟਲੀ ਆਈ ਵੋਂਟ ਸੇ ਕੰਪਲੀਟਲੀ ਪੰਜਾਬੀ, ਬਟ ਜਿਹੜੀ ਲੈਂਗੁਏਜ ਯੂਜ਼ ਹੁੰਦੀ ਹੈ ਕਿਤੇ ਲੋਕਾਂ ਨਾਲ ਟੁਕਦੀ ਹੈ, ਲੋਕ ਉਸ ਨੂੰ ਸਮਝਦੇ ਨੇ। ਜੋ ਉਹ ਡਿਫਰੈਂਸ ਹੈਗਾ ਪਹਿਲੇ ਕਿ ਇੱਕ ਸ਼ਾਸਤਰਾਂ ਦੀ ਈਵਨ ਬਿਫੋਰ ਮਾਰਟਨ ਲੂਥਰ ਕਿ ਇੱਕ ਬੜੀ ਕਿਸੇ ਸੈਗਮੈਂਟ ਦੀ ਸੋਸਾਇਟੀ ਵਾਸਤੇ ਉਹ ਹੈਗਾ। ਜਿਹੜੇ ਲੋਕ ਹਾਰਮੋਨੀਅਮ
ਦੇ ਫੇਵਰ ਵਿੱਚ ਆਰਗੂ ਕਰਦੇ ਨੇ, ਉਹ ਇਹ ਕਹਿੰਦੇ ਕਿ ਇਟ ਇਜ਼ ਸਮਥਿੰਗ ਜਿਸ ਦੇ ਨਾਲ ਆਪਾਂ ਰਿਲੇਟ ਕਰ ਸਕਦੇ ਹਾਂ, ਈਜ਼ੀਲੀ ਅਸੀਂ ਉਸ ਨੂੰ ਸਮਝਦੇ ਹਾਂ, ਟਾਈਮ ਦੇ ਨਾਲ ਚੀਜ਼ ਬਦਲਦੀ ਹੈ। ਉਹ ਜਿਹੜੇ ਕਿੰਨੇ ਲੋਕੀ ਹਨ ਇੰਡੀਆ ਵਿੱਚ ਜੋ ਜਿਸ ਨੂੰ ਅਸੀਂ ਕਲਾਸੀਕਲ ਮਿਊਜ਼ਿਕ ਵਰਡ ਯੂਜ਼ ਕਰਦੇ ਹਾਂ, ਇਟਸ ਅ ਮਿਸਨੋਮਰ, ਆਈ ਅੰਡਰਸਟੈਂਡ, ਬਟ ਉਹ ਨਹੀਂ ਸੁਣਦੇ। ਜਗਜੀਤ ਸਿੰਘ ਦੀ ਗਜ਼ਲ ਸੁਣਦੇ ਜਿਹੜੀ ਇੱਕ ਥੋੜੀ ਥੱਲੇ ਫਾਰਮ ਵਿੱਚ ਹੋਏਗੀ, ਈਜ਼ੀ ਫਾਰਮ ਵਿੱਚ ਹੈ, ਕਿਆ ਉਹ ਨਹੀਂ ਹੋਣਾ ਚਾਹੀਦਾ? ਹਾਰਮੋਨੀਅਮ ਉਹ ਕਰਦਾ ਹੈ ਜੋ ਕਲਾਸੀਕਲ ਵਿੱਚ ਆਪਾਂ ਚਲੇ ਜਾਂਦੇ ਬੜਾ ਔਖਾ। ਦਿਸ ਇਜ਼ देयर ਆਰਗੂਮੈਂਟ। ਹਾਂਜੀ, ਵਾਟਸ ਯੂਰ ਇਦਾਂ ਹੈਗਾ ਕਿ ਲੋਕਾਂ ਨੂੰ ਹੁਣ ਮਤਲਬ ਇਹ ਨਿੱਜੀ ਗੱਲਾਂ ਹੁੰਦੀਆਂ ਨੇ। ਜਿਹੜੀ ਮੈਂ ਯਾਰਨਾਥ ਵਰਚੁਅਲ ਬੈਠਕ ਸੀਰੀਜ਼ ਕੀਤੀ 1500 ਘੰਟੇ ਜ਼ਿਆਦਾ, ਉਹਦੇ 'ਚ ਵੱਡੇ ਵੱਡੇ ਵਿਦਵਾਨ ਆਬਿਦਾ ਪਰਵੀਨ ਵਰਗੇ ਵੱਡੇ ਨਾਮ ਜਿਹੜੇ ਨੇ, ਦਲੇਰ ਮਹਿੰਦੀ ਹੋ ਗਏ, ਜਸਬੀਰ ਜੱਸੀ, ਆਦ ਮਲਕੀਤ ਹੋਣੀ, ਜੀ, ਕਈ ਆਪਣੇ ਜਿਹੜੇ ਪੰਜਾਬ ਵਾਲੇ ਜਿਨ੍ਹਾਂ ਨੂੰ ਜਾਣਦੇ ਉਹਨਾਂ ਸਾਰੀਆਂ ਲੰਬੀਆਂ ਇੰਟਰਵਿਊਜ਼ ਆਦ ਕੀਤੀਆਂ ਨੇ। ਹੁਣ ਲੋਕਾਂ ਨੂੰ ਵੀ ਪਤਾ ਜਗਜੀਤ ਸਿੰਘ ਹੋਣੀ ਮੇਰੇ ਕਜ਼ਨ ਦੇ ਬੜੇ ਕਲੋਜ਼ ਸਨ, ਉਹਨਾਂ ਤੋਂ ਸਿੱਖੇ ਵੀ, ਆਗਰੇ ਘਰਾਣੇ ਦਾ ਸੰਗੀਤ ਸਿੱਖੇ ਜੀ। ਪਦਮ ਸ਼੍ਰੀ ਸਰਦਾਰ ਸੋਹਣ ਸਿੰਘ ਉਹਨਾਂ ਦੇ ਜਿਹੜੇ ਜੇਠੇ ਸ਼ਾਗਿਰਦ ਸਨ, ਮੇਰੇ ਕਜ਼ਨ ਸਨ। ਤੇ ਹਰ ਮਹੀਨੇ ਘੱਟੋ ਘੱਟ 1 ਜਾਂ 2 ਵਾਰ ਮੇਰੇ ਨਾਲ ਵਾਰਤਾ ਕਰਕੇ ਕੀ ਸੁਣਦੇ ਸੀ, ਕਹਿੰਦੇ ਬਲਦੀਪ ਜੀ ਅੱਜ ਨਾ ਮੈਨੂੰ ਕੋਈ ਕਾਂਡੇ ਦੀ ਚੀਜ਼ ਸੁਣਾਓ। ਤੇ ਮੈਂ ਸੁਣਾਣਾ, ਹਾਂ ਭਜ ਰਾਮ ਮਨ ਰਾਮ ਜਿਸ ਰੂਪ ਨਰੇਖ ਵਡਾਮ ਸਦ ਸੰਗਤ ਮਿਲ ਭਜ ਰਾਮ ਵਡ ਹੋ ਭਾਗ ਮਥਾਮ। ਉਹ ਕਹਿੰਦੇ ਬਲਦੀਪ ਜੀ ਇਹ ਰਿਕਾਰਡ ਆਪਾਂ ਰਿਕਾਰਡ ਕਰਨੇ, ਇਕੱਲੇ ਨਾ ਲੈ ਜਿਓ। ਸੋ ਜਿਹੜੇ ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ, ਵੱਡੇ ਵੱਡੇ ਹੀਰੋ ਸਮਝਦੇ ਹਾਂ, ਜੋ ਹੈਵੀ, ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਨਾਮ ਕਮਾਏ, ਪਰ ਉਹਨਾਂ ਦਾ ਅਕੀਦਾ ਗੁਰੂ ਘਰ ਦੀ ਵਿਦਿਆ ਦੇ ਨਾਲ ਰੱਜ ਕੇ ਸੀ ਜੀ। ਸਿਰ ਝੁਕਾ ਕੇ ਗੁਰੂ ਘਰ ਦੀ ਵਿਦਿਆ ਦੇ ਨਾਲ, ਦਰਬਾਰ ਸਾਹਿਬ ਦੀ ਪਰੰਪਰਾ, ਇਸ ਪਾਰੰਪਰਿਕ ਸ਼ਬਦ ਰੀਤ ਹੈ ਗੁਰੂ ਰਾਮਦਾਸ ਮਹਾਰਾਜ ਦੀ ਦੱਸੀ ਜਾਂਦੀ ਹੈ। ਸੋ ਇੱਕ ਤਾਂ ਇਹ ਭਰਮ ਦੂਰ ਹੋਣਾ ਚਾਹੀਦਾ ਕਿ ਜਿਹਨਾਂ ਨੂੰ ਅਸੀਂ ਵੱਡੇ ਸਟਾਰ ਗਿਣਦੇ ਹਾਂ, ਉਹ ਵੱਡੇ ਤੋਂ ਵੱਡੇ ਸਟਾਰ ਗੁਰੂ ਘਰ ਦੀ ਓਰੀਜਨਲ ਵਿਦਿਆ ਦੇ ਆਸ਼ਕ ਸਨ, ਉਹਦੇ ਫੈਨ ਸਨ। ਇੱਕ ਜੀ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਸਾਜ਼ ਹਨਗੇ, ਜਿਹੜਾ ਅੱਜ ਵਿਸ਼ਾ ਹੈਗਾ, ਜੋ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਹਾਰਮੋਨੀਅਮ, ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆਂ। ਜਦ ਦੇ ਰਾਗ ਗਾਇਬ ਹੋਏ ਨਾ ਦਰਬਾਰ ਸਾਹਿਬ ਤੋਂ, ਉਹ ਆਪਣੇ ਪਰਿਵਾਰਾਂ ਸਹਿਤ ਗਾਇਬ ਹੋਏ ਨੇ। ਰਬਾਬ, ਸਰੰਦਾ, ਤਾਊਸ, ਜੋੜੀ, ਪਖਾਵਜ, ਇਹ ਰਾਗਾਂ ਦੇ ਪਰਿਵਾਰ ਨੇ ਜੀ। ਸੋ ਜਦੋਂ ਤੋਂ ਦਰਬਾਰ ਸਾਹਿਬ, ਇਹ ਪਹਿਲੀ ਵਾਰ ਸ਼ਾਇਦ ਮੈਂ ਜ਼ਿਕਰ ਕਰ ਰਿਹਾ ਕਿ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨੇ ਆਈਆਂ, ਜਿੱਥੇ ਰਾਗ ਹੈ ਜੀ ਉੱਥੇ ਉਹੀ ਸਾਜ਼ ਆਣਗੇ ਜਿੱਥੇ ਰਾਗ ਵੱਜ ਸਕਦਾ। ਵਾਜੇ ਦੇ ਉੱਤੇ ਇਕੁਅਲ ਟੈਂਪਰਾਮੈਂਟ ਸਕੇਲ ਹੈਗਾ, ਜਿਹੜਾ ਪਿਆਨੋ ਤੇ ਹੈਗਾ, ਉਹਦੇ ਤੇ ਤਾਂ ਬਿਲਾਵਲ ਨਹੀਂ ਵੱਜ ਸਕਦਾ। ਜਿਹਨੂੰ ਮੈਂ ਕਹਿੰਦਾ ਉਹਨਾਂ ਹਾਰਮੋਨੀਅਮ ਇੱਕ ਕਬਰਸਤਾਨ ਹੈ ਰਾਗਾਂ ਦਾ ਜੀ। ਜਿਵੇਂ ਸਾ ਹੈ ਨਾ, ਜਾਂ ਰੇ ਹੈ, ਕੋਮਲ ਰੇ ਹੈ, ਤੇ ਜਿੰਨੇ ਰਾਗਾਂ 'ਚ ਕੋਮਲ ਰੇ ਲੱਗਦਾ ਹੈ, ਹੁਣ ਹਾਂ ਹਮਾਰੇ ਸਫਲ ਕਾਜ, ਇਹ ਜਿਹੜਾ ਰਾਗ ਬਾਣੀ ਦਾ ਪੁਰਾਣੀ ਸ਼ਬਦ ਰੀਤ ਹੈ, ਇਹ ਜਦੋਂ ਤੁਸੀਂ ਵਾਜੇ ਤੇ ਗਾਓਗੇ ਉਹਦਾ ਕਬਰਸਤਾਨ ਬਣ ਜਾਏਗਾ। ਸੋ ਕਬਰਸਤਾਨ ਜਿਹੜਾ ਹੈ ਸਾਜ਼, ਉਹ ਹਾਰਮੋਨੀਅਮ ਹੈ। ਜਿਹੜੇ ਜਿਨ੍ਹਾਂ ਤੇ ਰਾਗ ਵੱਜਦਾ ਹੈ, ਉਹ ਸਾਜ਼ ਨੇ ਜਿਨ੍ਹਾਂ ਨੇ ਗੁਰੂ ਸਾਹਿਬਾਂ ਨੇ ਆਪ ਕਈਆਂ ਨੂੰ ਇਜਾਦ ਕੀਤਾ, ਉਹਨਾਂ ਨੇ ਆਪ ਵਜਾਇਆ ਜਾਂ ਉਹਨਾਂ ਦੀ ਹਜ਼ੂਰੀ ਵਿੱਚ ਵਜੇ। ਤੇ ਤੁਹਾਡੀ ਜਿਹੜੀ ਹਾਰਮੋਨੀਅਮ ਨੂੰ ਲੈ ਕੇ ਆਪੋਜੀਸ਼ਨ ਹੈ, ਉਹ ਇਹ ਨਹੀਂ ਹੈ ਕਿ ਕੋਈ ਨੋਸਟੈਲਜਿਕ ਵੈਲਿਊ ਹੈ, ਪੁਰਾਣੇ ਜਿਹੜੇ ਇਨਸਟਰੂਮੈਂਟਸ ਹਨ ਉਹ ਵਜਨ, ਬਟ ਆਪੋਜੀਸ਼ਨ ਇਹ ਹੈ ਕਿ ਇਹ ਇਨਸਟਰੂਮੈਂਟ ਉਸ ਚੀਜ਼ ਨੂੰ ਕੈਰੀ ਨਹੀਂ ਕਰ ਸਕਦਾ ਉਹਨਾਂ ਰਾਗਾਂ ਨੂੰ। ਸੰਭਵ ਹੈ? ਫੇਅਰ ਟੂ ਸੇ? I can only answer that. For instance, at Hofstra University, I teach my students, those students who hail from Sikh families, who may be more familiar with the repertory, but also I have students who never have been in touch with with Gurbani Sangeet or Sikhi at all, and I do teach only using tampuras and pakavaj, traditional instruments. I value, and also my students eventually at the end of the course value the impact of the raga
on the mind. So rag means what colors the mind. So there is a profound element in the rag experience. And for instance, we do have harmoniums, so sometimes we also do that experiment. So I try to I teach them the ragas as is with the tampura and with that oral experience that I received from my teachers, including of course by Baldeep Singh Ji. But also then we try to sing the same structure with the harmonium, and the students say immediately, this is not the same song. It doesn't sound the same. So even beginner level, this is what I meant to say, that even beginner level and students who are not hailing from South Asian heritage understand perfectly that the raga has some elements, some notes, and the impact of that tuning, not based on equal temperament of Western equal temperament on the mind, on the psyche. ਇੱਕ ਮੈਂ ਇੱਥੇ ਜੀ ਐਡ ਕਰ ਸਕਦਾ ਰਾਗ ਅੱਖਰ ਤੋਂ ਜੀ ਇਹ ਬਹੁਤ ਇੰਪੋਰਟੈਂਟ ਜੋ ਉਹਨਾਂ ਨੇ ਸਾਂਝਾ ਕੀਤਾ ਕਿ ਰਾਗ ਦਾ ਅਸਰ ਕੀ ਹੈ ਜੇ ਰਾਗ ਹੋਏਗਾ ਤਾਂ ਹੀ ਅਸਰ ਕਰੇਗਾ ਨਾ ਜੀ ਉਹ ਰਾਗ ਦਾ ਐਡੈਪਟਿਵ ਰੂਪ ਵੱਜੇ ਤੇ ਵੱਜੇਗਾ ਉਹ ਸਕੇਲ ਜਿਹੜਾ ਸਾ ਤੇ ਗਾ ਤੇ ਰੇ ਵਗੈਰਾ ਆ ਹੁਣ ਦੇਖੋ ਇੱਕ ਮੈਂ ਤੁਹਾਡੀ ਪੁਰਾਣੀ ਗੱਲ ਦੇ ਨਾਲ ਜਿਹੜੀ ਤੁਸੀਂ ਪਹਿਲਾਂ ਕੁਝ ਚਿਰ ਪਹਿਲਾਂ ਕਹੀ ਸੀ ਤੇ ਇਹਨਾਂ ਦੇ ਜਿਹੜੇ ਰਾਗ ਅੱਖਰ ਦਾ ਦਰਅਸਲ ਮਤਲਬ ਹੈ ਪ੍ਰੇਮ ਜੀ ਉਹ ਪ੍ਰੇਮ ਦੀ ਅਵਸਥਾ ਹੈ ਰਾਗ ਇੱਕ ਢਾਂਚਾ ਠੀਕ ਹੈ ਲੇਕਿਨ ਹਰ ਰਾਗ ਇੱਕ ਰੂਹਾਨੀ ਅਵਸਥਾ ਦਾ ਨਾਮ ਹੈ ਜੀ ਔਰ ਨਾਟਯ ਸ਼ਾਸਤਰ ਵਿੱਚ ਰਾਗ ਅੱਖਰ ਸਿਰਫ ਇੱਕ ਵਾਰ ਆਉਂਦਾ ਹੈ ਉਹ ਰਾਗ ਵਾਸਤੇ ਨਹੀਂ ਹੈ ਉਹ ਪ੍ਰੇਮ ਕਰਕੇ ਆਉਂਦਾ ਹੈ ਇਟ ਹੈਜ਼ ਨਥਿੰਗ ਟੂ ਡੂ ਵਿਦ ਦ ਰਾਗ ਸਟਰਕਚਰ ਹੁਣ ਰਾਗ ਵੈਰਾਗ ਫॉर एग्जांपल ਮਨ ਵੈਰਾਗੀ ਸੋ ਜੋ ਮਹਿਮਨਾ ਆਦਾ ਹੈ ਹੁਣ ਕੀਰਤਨ ਦੀ ਤੁਸੀਂ ਅੱਗੇ ਜਿਹੜੀ ਗੱਲ ਕਹੀ ਕਿ ਸੋ ਕੇ ਮੰਦਾ ਆਖੇ ਜੇ ਜਮੇ ਇਹ ਗੁਰੂ ਦਾ ਗਿਆਨ ਹੈ ਜੀ ਮੈਂ ਗੁਰੂ ਬਣ ਕੇ ਕਿਵੇਂ ਬਹਿ ਸਕਦਾ ਕੀਰਤਨ ਕਰਨ ਦੀ ਮੁਦਰਾ ਹੈ ਕੀਰਤਨ ਦੀ ਅਵਸਥਾ ਕੀ ਹੈ ਕਿ ਮੈਂ ਜਦੋਂ ਗਾਉਣਾ ਮੈਂ ਉਸ ਵੇਲੇ ਸਿਖਿਆਰਥੀ ਹੋਣਾ ਤੇ ਗੁਰੂ ਨੂੰ ਮੈਂ ਜਗਾ ਕੇ ਪ੍ਰਕਾਸ਼ ਕਰਕੇ ਬਾਣੀ ਨੂੰ ਮੈਂ ਜਦੋਂ ਗਾਉਣਾ ਬਾਣੀ ਪ੍ਰਕਾਸ਼ ਕਰਦਾ ਇਹ ਸੂਖਮ ਭੇਦ ਦੱਸ ਰਿਹਾ ਮੈਂ ਇਹ ਜਿਹੜੇ ਗੁਰਸਿੱਖੜੇ ਨੇ ਪੁਰਾਣੇ ਪਾਂਦੇ ਨੇ ਉਹ ਜਾਣਦੇ ਨੇ ਉਹਨਾਂ ਦੇ ਮੈਂ ਤਾਂ ਕੱਲ ਦਾ ਜੰਮਿਆ ਅੱਜ ਥੋੜੇ ਜਿਹੇ ਝੋਲੇ ਆ ਗਏ ਪਰ ਜਿਹੜੇ ਵੱਡੇ ਪੁਰਖੇ ਨੇ ਗੁਰੂ ਘਰ ਦੇ ਉਹਨਾਂ ਨੂੰ ਪਤਾ ਮੈਂ ਕੀ ਗੱਲ ਕਰ ਰਿਹਾ ਤੇ ਉਹਨਾਂ ਨੂੰ ਪਤਾ ਹੈ ਕਿ ਮੈਂ ਨਿਗੋਰਾ ਨਹੀਂ ਹੈ ਮੈਂ ਗੁਰੂ ਖਾਲਸੇ ਦੀ ਝੋਲੀ 'ਚ ਜੰਮਿਆ ਪਲਿਆ ਜੀ ਹੁਣ ਉਦਾਹਰਣ ਦਰਬਾਰ ਸਾਹਿਬ ਦੀ ਰੀਤ ਤੁਹਾਨੂੰ ਸੁਣਾਉਣਾ ਦਸਮ ਪਾਤਸ਼ਾਹ ਦਾ ਦਸਮ ਬਾਣੀ one of his favorites is ਮਾਲਕੌਂਸ ਗੁਰੂ ਗ੍ਰੰਥ ਸਾਹਿਬ 'ਚ ਰਾਗ ਮਾਲਾ ਦੇ ਵਿੱਚ ਇੱਕ ਰਾਗ ਹੈਗਾ ਔਰ ਉਹਦੇ 'ਚ ਹੈ ਕਿ ਹਾਂ ਬੜੋ ਧਨੀ ਅਗਮਾ ਪਿਤਾ ਮੇਰੋ ਬੜੋ ਧਨੀ ਅਗਮਾ ਬੜੋ ਧਨੀ ਅਗਮਾ ਇਹ ਅਵਾਕ ਅਵਸਥਾ ਕਿ ਮੇਰਾ ਪਿਤਾ ਜਿਹੜਾ ਨਾ ਅਗਮ ਹੈ ਉਸਤ ਕਹਿਣ ਨਾ ਜਾਈ ਕਰਤੇ ਪੇਖ ਰਹੇ ਵਿਸਮਾ ਇਹਦੇ ਚ ਮੈਂ ਤੁਹਾਨੂੰ ਨਹੀਂ ਕਹਿਣਾ ਕਿ ਉਹ ਪੇਖ ਤੇ ਵਿਸਮਈ ਹੋ ਉਹ ਕੀਰਤਨ ਉਹ ਜਿਹੜਾ ਗਾਇਬ ਹੋ ਗਿਆ ਨਾ ਕੀਰਤਨ ਉਹ ਇਹ ਹੈ ਜਦੋਂ ਸਿਖਿਆਰਥੀ ਗੁਰੂ ਦੀ ਗੋਦ 'ਚ ਬੈਠਾ ਗੁਰਸਿੱਖੜਾ ਮਹਾਰਾਜ ਦੀਆਂ ਆਹਾਂ ਭਰ ਕੇ ਵਾਹ ਵਾਹ ਭਰ ਕੇ ਕੁਰਬਾਨ ਜਾਂਦਾ ਹੈ ਕਿ ਤੁਹਾਡਾ ਗਿਆਨ ਹੈ ਮਹਾਰਾਜ ਮੈਂ ਤਰ ਰਿਹਾ ਗੁਰੂ ਰਾਮਦਾਸ ਸਰੋਵਰ 'ਚੋਂ ਖੌਰੇ ਮੈਂ ਕਾਗਾਂ ਤੋਂ ਹੰਸ ਹੋਏ ਜਾਵਾਂ ਇਹ ਇਸ਼ਕ ਦੀਆਂ ਗੱਲਾਂ ਨੇ ਇਹ ਤਕਨੀਕੀ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ ਦ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਬਲਦੀਪ ਜੀ ਅਸੀਂ ਅਗਰ ਰਿਵਾਇਤ ਦੀ ਗੱਲ ਕਰੀਏ ਔਰ ਇਹ ਤੁਸੀਂ ਸਾਨੂੰ ਅੱਜ ਬੜਾ ਐਨਲਾਈਟਨ ਕੀਤਾ ਹੈ ਗੱਲਾਂ ਨਾਲ ਕੁਇਕਲੀ ਅਗਰ ਮੈਂ ਥੋੜੀ ਇੰਸਟਰੂਮੈਂਟਸ ਦੀ ਔਰ ਇਸ ਰਵਾਇਤ ਦੀ ਹਿਸਟਰੀ ਦੀ ਗੱਲ ਕਰਾਂ ਜਦ ਗੁਰੂ ਨਾਨਕ ਦੇਵ ਜੀ ਸ਼ੁਰੂ ਕਰਦੇ ਨੇ ਉਹਨਾਂ ਨੂੰ ਪਹਿਲਾਂ ਕੀਰਤਨੀਆ ਕਿਹਾ ਜਾਂਦਾ ਹੈ ਭਾਈ ਬਰਦਾਨਾ ਉਹਨਾਂ ਦੇ ਨਾਲ ਹਨ ਕਈ ਉਹਨਾਂ ਨੂੰ ਪਹਿਲਾਂ ਕੀਰਤਨੀਆ ਕਹਿੰਦੇ ਉਹ ਸਜਿੰਦੇ ਨੇ ਗੁਰੂ ਦੇ ਸਿੱਖ ਨੇ ਜੀ ਫਿਰ ਉਹਨਾਂ ਦੇ ਭਾਈ ਮਰਦਾਨਾ ਦੇ ਜਿਹੜੇ ਬੱਚੇ ਨੇ ਸ਼ਾਹਜ਼ਾਦਾ ਰਾਜਾ ਦਾ ਉਹ ਕੰਟੀਨਿਊ ਕਰਦੇ ਨੇ ਫਿਰ ਭਾਈ ਦਰਬਾਰ ਸਾਹਿਬ ਵਿੱਚ ਸੱਤਾ ਤੇ ਬਲਵੰਤ ਔਰ ਉਹ ਸਾਰਾ ਜਿਹੜਾ ਕੀਰਤਨ ਹੈ ਇਹ ਰਬਾਬ ਵਿੱਚ ਹੁੰਦਾ ਹੈ
तद मैं एक चीज़ ਤੁਹਾਡੇ ਤੋਂ ਕੁਇਕਲੀ ਪੁੱਛਣਾ ਚਾਹਾਂਗਾ, क्या ਇਹ ਗੱਲ ਸਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਨੀਆਂ ਦੇ ਦੋ ਸੈਕਸ਼ਨਸ ਬਣਾਏ, ਇੱਕ ਰਬਾਬੀ ਔਰ ਇੱਕ ਰਾਗੀ? ਇਜ਼ ਦਿਸ ਟਰੂ? ਨਹੀਂ ਜੀ ਨਹੀਂ। ਦੇਖੋ ਰਬਾਬ ਵਜਾਉਣਾ ਭਾਈ ਮਰਦਾਨੇ ਦਾ ਜ਼ਰੂਰ ਉਹਨਾਂ ਦੀ ਕਿਰਿਆ ਰਹੀ ਜੀ, ਪਰ ਉਹ ਸਾਦਿਕ ਅਲੀ ਖਾਨ ਤੇ ਹੋਰ ਜਿੰਨੇ ਵਿਦਵਾਨ ਨੇ ਪੁਰਾਣੇ ਨਵਾਬ ਤੇ ਜਿੰਨੇ ਗੁਰਸਿੱਖੀ ਨਾਲ ਗੁਰੂ ਘਰ ਨਾਲ ਜੁੜੇ ਹੋਏ ਸੀ, ਤੁਹਾਨੂੰ ਪਤਾ ਤਕਰੀਬਨ 90-95% ਜਿਹਨੇ ਰਾਜ ਦਰਬਾਰ ਸੀ ਉਹ ਗੁਰੂ ਨਾਨਕ ਪੰਥੀ ਬਾਬਾ ਨਾਨਕ ਤੁਰੇ ਹੈ ਨਾ, ਪਿੰਡ 'ਚ ਤੁਰੇ, ਤੇ ਉਹਨਾਂ ਨੂੰ ਯਾਦਾਂ ਸਨ ਕਿ ਜਿਹੜੀ 6 ਤੰਦਾਂ ਵਾਲੀ ਰਬਾਬ ਹੈ ਉਹ ਗੁਰੂ ਨਾਨਕ ਦੀ ਇਜਾਦ ਕੀਤੀ ਹੋਈ ਹੈ। ਸੋ ਰਬਾਬ ਭਾਈ ਮਰਦਾਨੇ ਦੀ ਨਹੀਂ ਹੈ, ਉਹ ਗੁਰੂ ਨਾਨਕ ਦੀ ਰਬਾਬ ਹੈ। ਗੁਰੂ ਨਾਨਕ ਨੇ ਕਿਹਾ ਕਿ ਮਰਦਾਨੇ ਲੈ ਤੈਨੂੰ ਰਬਾਬ ਦਿੱਤੀ, ਤੈਨੂੰ ਤਾਰ ਦਾ ਗੁਣ ਕੀਤਾ, ਝੋਲੀਆ ਕਰ। ਸੋ ਇਹਨੂੰ ਸਪਸ਼ਟੀਕਰਨ, ਕਿਉਂਕਿ ਅਸੀਂ ਵਿਦਿਆ ਦੇ ਪਾਂਧੀ ਹਾਂ, ਅਸੀਂ ਹਾਫਿਜ਼ ਹਾਂ ਤੇ ਸਾਡੇ ਕੋਲ ਸਪਸ਼ਟੀਕਰਨ ਹੈਗਾ। ਆਮ ਲੋਕ ਮਰਦਾ ਕੀ ਖਿਆਲ ਹੈ ਉਹ ਗੱਲ ਅੱਡ ਹੈ। ਕੀਰਤਨੀਏ ਸਦਾ ਗੁਰੂ ਰਹੇ ਨੇ। ਗੁਰੂ ਅੰਗਦ ਆਪ ਕੀਰਤਨ ਕਰਦੇ ਸੀ। ਮੇਰੇ ਬਜ਼ੁਰਗ ਭਾਈ ਲਹਿਣਾ ਤੇ ਭਾਈ ਸਧਾਰਨ ਬਾਈ ਮੰਜੀਆਂ ਚੋਂ ਇੱਕ ਮੰਜੀ ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ੀ ਬੌਲੀ ਸਾਹਿਬ ਦੀ ਸੇਵਾ ਤੋਂ ਬਾਅਦ। ਕਾਠ ਦੀ ਪੌੜੀ 84 ਉਹਨਾਂ ਦੇ ਆਪਣੇ ਹੱਥੀਂ ਘੜ ਕੇ ਆਪਣੇ ਨਵੇਂ ਗੁਰੂ ਲਈ, ਆਪਣੇ ਗੁਰ ਭਾਈ ਔਰ ਦੂਜੇ ਗੁਰੂ ਦੇ ਗੁਰਸਿੱਖ ਨੂੰ ਜਿਹਨੂੰ ਗੁਰਗੱਦੀ ਬਖਸ਼ੀ, ਉਹਨਾਂ ਦੀ ਹਲੀਮੀ ਦਾ ਸਦਕਾ ਪੱਗ ਵਟਾ ਕੇ ਭਰਾ ਕਿਹਾ ਤੇ ਪਹਿਲੀ ਵਾਰ ਸੰਤ ਸਧਾਰਨ ਗੁਰੂ ਅਮਰਦਾਸ ਨੇ ਕਿਹਾ। ਸੋ ਅਸੀਂ ਵਾਕਫ ਹਾਂ ਕਿ ਗੁਰੂ ਅਮਰਦਾਸ ਆਪ ਗਾਉਂਦੇ ਸੀ। ਜਿੰਨੇ ਰਬਾਬੀ ਔਰ ਗੁਰਸਿੱਖੜੇ ਨੇ ਉਹ ਗੁਰੂ ਨੂੰ ਸੁਣ ਕੇ ਸਿੱਖਦੇ ਸੀ। ਸੋ ਭਰਮ ਗੁਰੂ ਨਾਨਕ ਤੋਂ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 10 ਪਹਿਲੇ ਕੀਰਤਨੀ ਹੋਏ ਨੇ ਆਪਣੇ ਆਪਣੇ ਜਾਮਿਆਂ 'ਚ। ਜੇ ਭਾਵੇਂ ਰਾਗੀ ਹੈ, ਕੋਈ ਰਬਾਬੀ ਹੈ, ਰਾਗੀ ਅੱਖਰ ਤਾਂ ਹਰ ਕੋਈ ਜਿਹੜਾ ਰਾਗ ਜਾਣਦਾ ਉਹ ਰਾਗੀ ਸੀ। ਇਹ ਅੰਗਰੇਜ਼ਾਂ ਵੇਲੇ ਹੁਣ ਆ ਕੇ ਰਾਗੀ ਜਥੇ ਬਣ ਗਏ, ਉਹ ਗੱਲ ਅੱਡ ਹੈ। ਲੇਕਿਨ ਇਹ ਗੱਲ ਬਲਦੀਪ ਜੀ, ਮੈਂ ਆਮ ਸੌਰੀ ਸਮਾਂ ਸਾਡੇ ਕੋਲ ਬਹੁਤ ਨਹੀਂ ਰਹਿ ਗਿਆ। ਮੈਂ ਇੱਕ ਬੜੀ ਇੰਪੋਰਟੈਂਟ, ਦੇਖੋ 47 ਆਈ ਹੈ, 47 'ਚ ਅਸੀਂ ਕਾਫੀ ਕੁਝ ਗਵਾਇਆ। ਇਹ ਆਈ ਥਿੰਕ ਇੱਕ ਬਹੁਤ ਵੱਡਾ ਖਜ਼ਾਨਾ ਜਿਹੜਾ ਸੀ ਗਵਾਇਆ। ਜਿਹੜੇ ਰਬਾਬੀ ਸਾਡੇ ਸੀ ਗੁਰੂ ਘਰਾਂ 'ਚ, ਉਹ ਕਾਫੀ ਸਾਰੇ ਜਿਹੜੇ ਉਹ ਪਾਕਿਸਤਾਨ ਪਾਸੇ ਚਲੇ ਗਏ। ਉਸ ਦੇ ਵਜ੍ਹਾ ਨਾਲ ਇੱਕ ਗੈਪ ਜਿਹੜਾ 1947 ਦੇ ਬਾਅਦ ਆਂਦਾ ਹੈ। ਐਂਡ ਆਈ ਥਿੰਕ 30-40 ਸਾਲਾਂ ਬਾਅਦ 80s 90s ਵਿੱਚ ਤੁਸੀਂ ਸਾਹਮਣੇ ਆ ਕੇ ਉਹ ਜਿਹੜੀ ਟ੍ਰੈਡੀਸ਼ਨ ਹੈ, ਉਹ ਤਾਂਤੀ ਜਿਹੜੇ ਸਾਜ਼ ਹਨ, ਉਹਨਾਂ ਨੂੰ ਤੁਸੀਂ ਫਿਰ ਸੁਰਜੀਤ ਕਰਦੇ ਹੋ, ਉਹਨਾਂ ਨੂੰ ਬਾਹਰ ਲੈ ਕੇ ਆਉਂਦੇ ਹੋ। ਇਸ ਦੇ ਉੱਪਰ ਥੋੜੀ ਰੋਸ਼ਨੀ ਪਾਓਗੇ, ਇਹ ਕਿਸ ਤਰ੍ਹਾਂ ਹੁੰਦਾ ਹੈ? ਗੁਰੂ ਹਰਗੋਬਿੰਦ ਸਾਹਿਬ ਦਾ ਦੱਸਦੇ ਆ ਕਿ ਉਹਨਾਂ ਵੇਲੇ ਕਿਉਂਕਿ ਫੌਜੀ ਦਸਤੇ ਬਣੇ ਗੁਰਸਿੱਖ ਜੀ, ਉਹਦੇ ਨਾਲ ਢਾਡੀ ਸੰਪਰਦਾ ਨਾਲ ਜੁੜੀ ਹੈਗੀ ਹੈ। ਤੇ ਰਾਗੀ ਜਿਵੇਂ ਕਿਹਾ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ, ਉਹ ਰਾਗ ਗਾਉਣ ਵਾਲਾ ਰਾਗੀ ਹੁੰਦਾ ਹੈ। ਅੱਜ ਰਾਗੀ ਜਥਾ ਇੱਕ ਕਹਿ ਦੇਣਾ, ਜਥਿਆਂ ਨੂੰ ਰਾਗ ਕਿੰਨੇ ਕਹਿੰਦੇ ਉਹ ਗੱਲ ਅੱਡ ਹੈ, ਤੇ ਜਿੰਨੇ ਰਬਾਬੀ ਨੇ ਉਹ ਕਿੰਨੀ ਕੁ ਰਬਾਬ ਵਜਾਉਂਦੇ ਉਹ ਵੀ ਸਾਨੂੰ ਪਤਾ ਹੈਗਾ। ਕੋਈ ਕਿਸੇ ਕੋਲ ਦੋਨੋਂ ਚੀਜ਼ਾਂ ਬਹੁਤ ਘੱਟ, ਵਿਰਲੇ ਵਿਦਵਾਨਾਂ ਕੋਲ ਜਿਹੜਾ ਕੋਲ ਸੁਭਾਗ ਰਿਹਾ। ਸਾਜ਼ਾਂ ਦੇ ਇਦਾਂ ਕਿ ਭਾਈ ਅਵਤਾਰ ਸਿੰਘ ਹੁਣਾਂ ਦੇ ਤੇ ਭਾਈ ਗੁਰਚਰਨ ਸਿੰਘ ਹੁਣਾਂ ਦੀ ਗੋਦ ਬੈਠਾ ਮੈਨੂੰ ਉਹਨਾਂ ਨੇ ਭਗਤ ਨਾਮਦੇਵ ਦੀ ਇੱਕ ਰੀਤ ਕਰਾਈ ਜੀ। ਸਮਾਂ ਘੱਟ ਹੈ, ਨਹੀਂ ਤਾਂ ਮੈਂ ਸੁਣਾਉਂਦਾ ਕਿਸੇ ਵੇਲੇ ਹੋਰ ਸਹੀ ਜੀ। ਉਹ ਕਹਿਣ ਲੱਗੇ ਕਿ ਬੇਟਿਆ ਬਰਖੁਰਦਾਰ, ਇਹ ਰੀਤ ਉਸ ਵੇਲੇ ਦੀ ਹੈ ਜਦੋਂ ਸਿਰਫ ਗੁਰੂ ਘਰ 'ਚ ਰਬਾਬ ਵੱਜਦੀ ਸੀ ਜੀ। ਯਾਨੀ ਕਿ ਗੁਰੂ ਅਮਰਦਾਸ ਦੇ ਐਡਵੈਂਟ ਤੋਂ ਪਹਿਲਾਂ ਦੀ ਇਹ ਰੀਤ ਹੈ, ਗੁਰੂ ਘਰ 'ਚ ਜਿਵੇਂ ਗਾਈ ਜਾਂਦੀ। ਉਹਨੇ ਮੈਨੂੰ ਹਿਲਾਇਆ ਤੇ ਮੈਂ ਕਿਹਾ ਜੀ ਕਿਵੇਂ ਹੋਏਗਾ ਕਿ ਜੇ ਰੀਤ ਉਸ ਕਾਲ ਦੀ ਹੈ ਜਦੋਂ ਸਿਰਫ ਰਬਾਬ ਵੱਜਦੀ ਸੀ, ਤੇ ਖੌਰੇ ਮੈਂ ਜੇ ਰਬਾਬ ਕਿਤੇ ਵੱਜੇ ਤੇ ਇਹ ਅਫਗਾਨੀ ਰਬਾਬ ਜਾਂ ਕਾਬੁਲੀ ਰਬਾਬ ਨਹੀਂ ਹੈ, ਇਹ ਤਾਂ ਗੁਰੂ ਨਾਨਕੀ ਰਬਾਬ ਹੈ। ਗੁਰੂ ਸਾਹਿਬ ਦੇ ਜਿਹੜੀ ਜਿਹਨੂੰ ਹਿੰਦੁਸਤਾਨੀ ਰਬਾਬ ਵੀ ਕਹਿੰਦੇ, ਧੁਰਪਦੀ ਰਬਾਬ ਵੀ ਐਂਥਰੋਪੋਲੋਜਿਸਟ ਜਾਂ ਵਿਦਵਾਨ ਕਹਿੰਦੇ ਨੇ, ਉਹ ਕਿਵੇਂ ਹੋਏਗਾ? ਇੱਥੋਂ ਗੱਲ ਸ਼ੁਰੂ ਹੋਈ ਤੇ ਮੈਂ ਲੱਭਣਾ ਸ਼ੁਰੂ ਕੀਤਾ ਕਿ ਕੋਈ ਵਿਦਵਾਨ ਹੈ ਜਿਹਦੇ ਕੋਲੇ ਸਾਜ਼ਾਂ ਦੀ ਬਣਾਉਣ ਦੀ ਰਵਾਇਤ ਸੀ, ਕੋਈ ਜੁੜਿਆ ਹੋਇਆ। ਕਿਉਂਕਿ ਅਸੀਂ ਮੰਗਵਾ ਗਿਆਨ ਲਿਆਣਾ, ਅਸੀਂ ਜਿਹੜੇ ਗੁਰੂ ਘਰ ਦੇ ਸੰਪਰਦਾਈ ਸਿੱਖਿਆਰਥੀ ਜਾਂ ਵਿਦਵਾਨ ਹੁੰਦੇ ਆ, ਅਸੀਂ ਨਸਲ ਤੇ ਬੀਜ ਦੀ ਗੱਲ ਕਰਦੇ ਹਾਂ ਕਿ ਅਰਥਬੋਧ ਵੀ ਕਰਨਾ ਹੈ। ਜੇ ਬਾਣੀ ਦਾ ਅਰਥਬੋਧ ਕਰਨਾ, ਕਿਸੇ ਮਾਂਗਵੀਆਂ ਦੂਜੇ ਘਰਾਣਿਆਂ ਦੀਆਂ ਜਾਂ ਸੰਪਰਦਾਵਾਂ ਦਾ ਡਿਕਸ਼ਨਰੀ ਨੂੰ ਲੈ ਕੇ ਅਸੀਂ ਬਾਣੀ ਦਾ ਅਰਥ ਨਹੀਂ ਕਰ ਸਕਦੇ। ਉਹ ਵੈਸ਼ਨਵ ਡਿਕਸ਼ਨਰੀ ਨਾਲ ਗੋਪਾਲ ਤੇ ਗੋਬਿੰਦ ਕ੍ਰਿਸ਼ਨ ਹੋਊਗਾ। ਗੁਰੂ ਘਰ ਦੀ ਡਿਕਸ਼ਨਰੀ ਜਿਹੜੀ ਆ ਉਹ ਗੋ ਬ੍ਰਹਮੰਡ ਹੈ, ਕਰਤਾ ਜਿਹੜਾ ਪੂਰੀ ਸ੍ਰਿਸ਼ਟੀ ਦਾ ਪਾਲਣ ਵਾਲਾ ਵਗੈਰਾ। ਸੋ ਡਿਕਸ਼ਨਰੀ ਦਾ ਫਰਕ ਪੈ ਜਾਂਦਾ। ਗਿਆਨੀ ਹਰਭਜਨ ਸਿੰਘ ਮਿਸਤਰੀ 1920 ਦੇ ਜਨਮੇ, 2005 ਵਿੱਚ ਉਹ ਪੂਰੇ ਹੋਏ। 1949 ਤੱਕ ਉਹਨਾਂ ਨੇ ਸਾਜ਼ ਬਣਾਏ ਸੀ। ਉਹਨਾਂ ਨੂੰ ਮੈਂ 92-93 ਦੀ ਸਰਦੀਆਂ ਵਿੱਚ ਲੱਭ ਲਿਆ ਸੀ ਜੀ। ਤੇ ਉਹਨਾਂ ਦੀ ਫਿਰ ਸਿੱਖਿਆ ਦੇ ਵਿੱਚ ਮੈਂ ਬਾਕਾਇਦਾ ਸਾਜ਼ ਬਣਾਉਣੇ ਸਿੱਖੇ।
ਔਰ ਇਹ ਪਹਿਲਾਂ ਸਭ ਤੋਂ ਪਹਿਲਾਂ ਜੋੜੀ ਔਰ ਪਖਾਵਜ ਜਿਹੜੀ ਰਿਵਾਈਵ ਕੀਤੀ ਭਾਈ ਅਰਜਨ ਸਿੰਘ ਤਰੰਗੜ ਹੋਣਾ ਦੀ ਗੋਦ ਵਿੱਚ, ਉਹਨਾਂ ਤੋਂ ਸਿੱਖਿਆ ਲੈ ਕੇ ਦਰਬਾਰ ਸਾਹਿਬ ਦੀ ਜਿਹੜੀ ਪਰੰਪਰਾ ਦੀ ਰਿਵਾਇਤ ਹੈ। ਫਿਰ ਸਾਜ਼ ਸਭ ਤੋਂ ਪਹਿਲਾਂ ਤਾਊਸ ਬਣਾਇਆ 1995 ਚ, ਫਿਰ ਇਮੀਡੀਏਟਲੀ ਨਾਲ ਸਰੰਦਾ। ਰਬਾਬ ਦੀ ਮੇਰੀ ਲੰਬੀ ਚੱਲੀ ਰਿਸਰਚ, ਕਿਉਂਕਿ ਰਬਾਬਾਂ ਕਈ ਨੇ, ਇੱਕ ਤਾਂ ਕਈ ਮਿਊਜ਼ੀਅਮਾਂ 'ਚ ਪਈ ਨੇ। ਮੈਂ ਮੈਟਰੋਪੋਲੀਟਨ ਤੇ ਵਿਕਟੋਰੀਅਨ ਐਲਬਰਟ ਦੇ ਵਿੱਚ 1996 'ਚ ਜਾ ਕੇ ਕੈਮਰਾਜ਼ ਨਾਲ ਰਿਕਾਰਡ ਕੀਤੀ ਹੋਈ ਹੈ ਜੀ। ਤੇ ਉਹ ਕਿਉਂਕਿ ਉਹਦਾ ਰਿਲੇਸ਼ਨਸ਼ਿਪ ਗੁਰੂ ਘਰ ਦੇ ਨਾਲ ਨਹੀਂ ਸੀ ਕਿਸੇ ਰਬਾਬ ਦਾ। ਅੱਛਾ ਜੀ। ਫਿਰ ਗੁਰੂ ਅਰਜਨ ਦੇਵ ਮਹਾਰਾਜ ਦੀ ਜਿਹੜੀ ਰਬਾਬ ਜਿਹੜੀ ਭਾਈ ਰੂਪੇ ਪਈ ਹੈ, ਉਹ ਸਭ ਤੋਂ ਪੁਰਾਣੀ ਰਬਾਬ ਯਾਨੀ ਕਿ ਜਿਉਂਦਾ ਜਿਹੜਾ ਇਸ ਵੇਲੇ ਸਾਡੇ ਕੋਲ ਢਾਂਚਾ ਹੈ, ਉਹਦੇ ਤੋਂ ਫਿਰ ਮੈਂ ਫਾਈਨਲਾਈਜ਼ ਕੀਤਾ। ਭਾਵੇਂ ਦਸਮ ਪਾਤਸ਼ਾਹ ਦੇ ਨਾਲ ਰਿਲੇਟਡ ਦੋ ਰਬਾਬਾਂ ਨੇ, ਇੱਕ ਮੰਡੀ ਵਿੱਚ ਪਈ ਹੈ, ਰਾਜਾ ਜਿਹੜੇ ਮੰਡੀ ਸਨ, ਇੱਕ ਕਪੂਰਗੜ੍ਹ ਵਿੱਚ ਪਈ ਹੈ, ਪਰ ਦੋਨਾਂ ਦਾ ਡਾਇਰੈਕਟ ਰਿਲੇਸ਼ਨਸ਼ਿਪ ਦਸਮ ਪਾਤਸ਼ਾਹ ਦੇ ਨਾਲ ਨਹੀਂ ਹੈ। ਐਸੋਸੀਏਸ਼ਨਸ ਹੈਗੀਆਂ ਨੇ, ਪਰ ਉਹ ਵੀ ਦਸਮ ਪਾਤਸ਼ਾਹ ਨਾਲ ਹੈ ਨਾ। ਜਦੋਂ ਸਾਡੇ ਕੋਲ ਪੰਚਮ ਪਾਤਸ਼ਾਹ ਹੈ, ਪੰਚਮ ਪਾਤਸ਼ਾਹ ਪਹਿਲੇ ਪਾਤਸ਼ਾਹ ਦੇ ਇੱਕਦਮ ਲਾਗੇ ਨੇ ਜੀ। ਤੇ ਇਹਦਾ ਕਾਰਨ ਸੀ ਜਿਹੜਾ ਫਿਰ ਮੈਂ ਫਾਈਨਲੀ 2004 ਜਾਂ 5 ਵਿੱਚ ਜਦੋਂ ਪੂਰੀ ਮੇਰੀ ਰਿਸਰਚ ਰਬਾਬ ਤੇ ਖਤਮ ਹੋਈ ਹੈ, ਉਦੋਂ ਫਿਰ ਮੈਂ ਫਾਈਨਲ ਢਾਂਚਾ ਉਹ ਬਣਾਇਆ। ਉਸ ਤੋਂ ਪਹਿਲਾਂ ਉਸਤਾਦ ਬਾਸਤ ਖਾਨ ਦੀ ਜਿਹੜੀ ਰਬਾਬ ਹੈ, ਉਹਦਾ ਮੈਂ ਜੋੜਾ ਬਣਾਇਆ ਸੀ, ਜਿਹੜਾ ਰਾਧਿਕਾ ਮੋਹਨ ਮੋਇਤਰਾ ਦੀ ਕਲੈਕਸ਼ਨ 'ਚ ਹੈ। ਉਹ ਉਸਤਾਦ ਬਾਸਤ ਖਾਨ ਮੀਆਂ ਤਾਨਸੇ ਦੇ ਵੰਸ਼ਜ ਹੋਏ ਨੇ। ਰਾਧਿਕਾ ਮੋਹਨ ਮੋਇਤਰਾ ਜਿਹੜੇ ਬਹੁਤ ਵੱਡੇ ਪਦਮ ਭੂਸ਼ਣ ਅਵਾਰਡੀ ਨੇ ਤੇ ਜਿਹੜੇ ਵਿਦਵਾਨ ਹੋਏ ਨੇ, ਉਹ ਆਪਣੇ ਜਿੰਨੇ ਸ਼ਾਗਿਰਦ ਸਨ ਕਲਕੱਤੇ ਤੋਂ, ਉਹ ਪਟਨਾ ਸਾਹਿਬ ਲਿਜਾ ਕੇ ਜਿਹੜੀ ਭਾਈ ਮਰਦਾਨੇ ਕੀ ਰਬਾਬ ਸੀ ਉੱਥੇ ਪਈ ਹੋਈ, ਉਹਦਾ ਮੱਥਾ ਟਿਕਾਉਂਦੇ ਸੀ। ਅੱਛਾ ਜੀ। ਉਹ 84 ਵਿੱਚ ਜਿਹੜੇ ਕਤਲੇਆਮ ਹੋਇਆ, ਸਿੱਖ ਜੈਨੋਸਾਈਡ ਹੋਇਆ, ਉਹਦੇ ਵਿੱਚ ਉਹ ਜਲ ਗਈ ਸੀ। ਤੇ ਉਹਨਾਂ ਦੇ ਜਿਹੜੇ ਸ਼ਾਗਿਰਦ ਨੇ ਸੋਮਜੀਤ ਦਾਸ ਗੁਪਤਾ ਜੀ, ਤੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀ ਇਹ ਉਸਤਾਦ ਮੁਹੰਮਦ ਅਮੀਰ ਖਾਨ ਉਹਨਾਂ ਕੋਲੋਂ ਆਈ ਹੋਈ ਉਸਤਾਦ ਬਾਸਤ ਖਾਨ ਦੀ ਰਬਾਬ ਹੈ, ਐਨ ਇਦਾਂ ਦੀ ਸੀ। ਫਿਰ ਮੈਂ ਉਸ ਲਾਡ ਕਰਕੇ ਉਹਦੇ ਵੀ ਢਾਂਚੇ ਦੋ ਬਣਾਏ, ਦੋ ਸਾਜ਼ ਬਣਾਏ। ਸੋ ਇਹ ਸਾਜ਼ਾਂ ਦੀ ਜੇ ਗਿਆਨੀ ਹਰਭਜਨ ਸਿੰਘ ਉਹਨਾਂ ਦਾ ਸ਼ੁਕਰਾਨਾ ਹੈ ਕਿ ਉਹਨਾਂ ਦਾ ਸਦਕਾ ਸਾਡੀ ਜਿਹੜੀ ਸਿੱਧੀ ਪੀੜ੍ਹੀ ਹੈ ਜਿਹੜੀ ਗਿਆਨ ਦੀ, ਉਹ ਉਹਦੇ ਨਾਲ ਜੁੜੀ ਹੈ। ਸਾਜ਼ ਬਣਾਉਣ ਦੀ ਵਿਧੀ ਜਿਹੜੀ ਹੈ। Francesca, do you have any final thoughts? Yes, I just want to mention that it's a beautiful experience to teach Gurbani, to learn first of all, and then teach Gurbani Sangeet, and I think it's a wonderful way for scholars and non-scholars. This is a knowledge that was meant for everyone, and to this day is meant for everyone, not only for Sikhi, for those who belong to Sikh families or South Asian heritage, but someone like myself, hailing from, for instance, from Italy, I had the great privilege to learn. So it's really a matter of learning, and after all, the term itself, Sikh and Sikhi, it has, entails the idea of learning. So it's a process of learning, and also engaging in the learning of ragas is a beautiful way to engage with the Bani, with the Guru's Gyan. So my message is just, this is not just a topic for scholars, and the idea, the issue about the harmonium as an instrument imported, by the colonizers, it's just the tip of an iceberg. We really have to look at the repertory that is sang, not only the medium, the instrument, the sound of the instrument, but what are the ragis singing. I think that very often the Sangat does not realize that most of these compositions are new compositions, are modern compositions. So even if sometimes they are in raga, but they are new. So it's important to educate also the Sangat to critical listening, and of course Shabad Pradhan is the Bani, but also critical listening, it's an important part of the learning experience. Thank you very much. ਇਹ ਇੱਕ ਬੜਾ ਸੈਂਸਿਟਿਵ ਇਸ਼ੂ ਹੈ, ਔਰ ਬੜਾ ਅਸੀਂ ਵਰਡ ਯੂਜ਼ ਕੀਤਾ ਕਿ ਬੜਾ ਸਫਿਸਟੀਕੇਟਿਡ ਇਸ਼ੂ ਹੈ, ਕਿਉਂਕਿ ਇਸ ਦੀ ਬੜੀ ਇੰਪਲੀਕੇਸ਼ਨਸ ਹੈਗੀਆਂ। ਹਾਂਜੀ। ਔਰ ਇਸ ਦੇ ਉੱਪਰ ਗੱਲ ਕਰਨਾ ਬਹੁਤ ਜ਼ਰੂਰੀ ਹੈ, ਇਸ ਦੇ ਉੱਪਰ ਅਧਿਐਨ ਕਰਨਾ ਜ਼ਰੂਰੀ ਹੈ, ਔਰ ਸਿਰਫ ਇਹ ਐਡਿਕਟ ਪਾਸ ਕਰ ਦੇਣਾ ਕਿ ਇੱਦਾਂ ਕੀਤਾ ਜਾਏ, ਉਸ ਨਾਲ ਗੱਲ ਨਹੀਂ ਮੁੱਕਦੀ ਜਦ ਤੱਕ ਤੁਸੀਂ ਉਹ ਜਿਹੇ ਇੰਸਟੀਟਿਊਸ਼ਨਸ ਤਿਆਰ ਨਹੀਂ ਕਰੋਗੇ, ਜਦ ਤੱਕ ਤੁਸੀਂ ਇਹੋ ਜਿਹਾ ਫਰੇਮਵਰਕ ਤਿਆਰ ਨਹੀਂ ਕਰੋਗੇ ਜਿੱਥੇ ਉਹ ਇੰਸਟਰੂਮੈਂਟ ਤਿਆਰ ਕੀਤੇ ਜਾਣ, ਜਿੱਥੇ ਉਹ ਟ੍ਰੇਨਿੰਗ ਦਿੱਤੀ ਜਾਏ, ਔਰ ਫਿਰ ਉਹ ਚੀਜ਼ ਜਿਹੜੀ ਹੈ ਉਹ ਜੋ ਆਪਾਂ ਚਾਹੁੰਦੇ ਹਾਂ, ਜੋ ਰਿਜ਼ਲਟਸ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ,
ਉਹ ਅਸੀਂ ਅਚੀਵ ਕਰ ਪਾਂਗੇ। ਇਟਸ ਸਟੈਪ ਇਨ ਦ ਰਾਈਟ ਡਾਇਰੈਕਸ਼ਨ। ਫ੍ਰੈਂਚੈਸਕਾ, ਯੂ ਨੋ ਸੇ Yeah, I just want to mention that we don't want to polarize the debate between, you know, the modern and traditional. We're just saying it's a matter of research this day and learning. ਨਾਲੇ That's ਇਸ very ਤੋਂ important. ਹੋਰ ਗੱਲ ਹੈ, ਇਹ ਗੁਰੂ ਦੇ ਨਾਲ ਇਸ਼ਕ ਦੀ ਗੱਲ ਹੈ। ਹਾਂਜੀ, ਕਿ ਸਭ ਤੋਂ ਜ਼ਰੂਰੀ ਗੱਲ। ਯੂ نو ਵਿਦਿਆ ਸਾਰੀ ਵਿੱਚ ਆ ਗਈ। ਜਦੋਂ ਤੁਸੀਂ ਪੁਰਾਤਨ ਰੀਤ ਸਿੱਖੋਗੇ, ਇਹਦੇ ਵਿੱਚ ਨਵਾਂ ਵੀ ਸੰਗੀਤ ਹੈ ਜੀ। ਉਹਦੇ 'ਚ ਇਹ ਨਹੀਂ ਕਿ ਨਵੀਂ ਰੀਤ ਹੋਣੀ ਨਹੀਂ, ਪਰ ਜੇ ਤੁਸੀਂ ਗੀਤ, ਗਜ਼ਲ ਤੇ ਫਿਲਮੀ ਸੰਗੀਤ ਤੋਂ ਨਕਲ ਮਾਰ ਕੇ ਲਿਆਉਣੀ ਹੈ, ਜੇ ਨਕਲ ਹੀ ਮਾਰਨੀ ਹੈ, ਤਾਂ ਤੁਸੀਂ ਕੌਣ ਨਕਲ ਮਾਰ ਰਹੇ ਨੇ? ਮੈਂ ਕਦੇ ਨਕਲ ਮਾਰੀ? ਕਿਉਂਕਿ ਸੈਂਕੜੇ, ਕਈ ਹਜ਼ਾਰਾਂ ਬੰਦੇ ਸ਼ਾਨੇ ਬੰਦਾ ਕਦੇ ਰੱਜਦਾ ਹੀ ਨਹੀਂ। ਜਿਨ੍ਹਾਂ ਕੋਲ ਹੈ ਨਹੀਂਗਾ, ਉਹ ਸਿਰਫ ਇੱਕ ਹੰਕਾਰ ਕਰਕੇ, ਯਾਰ ਮੈਂ ਜਾ ਕੇ ਨਾ ਕਿਸੇ ਵਿਦਵਾਨ ਦੇ ਮੈਨੂੰ ਸਮਾਂ ਲਾਉਣਾ ਪੈਣਾ ਸਿੱਖਣ ਨੂੰ। ਇਹ ਜੇ ਗੁਰੂ ਨਾਨਕ ਨਾਲ ਇਸ਼ਕ ਹੋ ਗਿਆ, ਉਹ ਗੁਰੂ ਦੀ ਆਪੇ ਲੱਭੇਗਾ ਕਿ ਕੀ ਗੁਰੂ ਨਾਨਕ ਦੀ ਕੋਈ ਰੀਤ ਤੁਹਾਨੂੰ ਬਚੀ ਹੈ। ਇਸ਼ਕ ਦੀਆਂ ਗੱਲਾਂ ਕੀ ਸਾਜ਼ ਹਨਗੇ ਜਿਹੜੇ ਗੁਰੂ ਨੇ ਵਜਾਏ, ਔਰ ਗੁਰੂ ਨੇ ਇਸ਼ਕ ਦੀ ਘਾਟ ਹੈ ਬਸ। ਇਹ ਸਾਰੀ ਇਹ ਜਿਹੜਾ ਮਹਾਨ ਗ੍ਰੰਥ ਸਾਨੂੰ ਦਿੱਤਾ ਹੈ, ਉਹ ਰਾਗਾਂ ਵਿੱਚ ਆਪ ਬਾਣੀ ਨੂੰ ਅਲੱਗ-ਅਲੱਗ ਜਗ੍ਹਾ ਕਲਾਸੀਫਾਈ ਕਰਕੇ ਰਾਗਾਂ ਵਿੱਚ ਉਸ ਦੀ ਕੋਈ ਵਜ੍ਹਾ ਹੈਗੀ ਹੈ। ਜਿਸ ਤਰ੍ਹਾਂ ਫ੍ਰਾਂਚਿਸਕਾ ਨੇ ਵੀ ਕਿਹਾ ਕਿ ਉਹ ਇੱਕ ਮੂਡ ਕ੍ਰੀਏਟ ਕਰਦਾ ਹੈ, ਜੋ ਵੀ ਉਸ ਦੀ ਵਜ੍ਹਾ ਹੈ, ਉਸ ਦੇ ਉੱਪਰ ਆਪਾਂ ਹੋਰ ਗੱਲ ਕਰਾਂਗੇ, ਉਸ ਦੇ ਉੱਪਰ ਵੀ ਜ਼ਰੂਰ ਅਸੀਂ ਰੋਸ਼ਨੀ ਚਾਹਾਂਗੇ। ਮਗਰ ਗੁਰੂ ਸਾਹਿਬ ਨੇ ਜੋ ਕੀਤਾ ਹੈ, ਉਸ ਨੂੰ ਆਪਾਂ ਅਣਦੇਖਿਆ ਨਹੀਂ ਕਰ ਸਕਦੇ। ਸੁਣਨ ਨੂੰ ਬਹੁਤ ਸਾਰੇ ਸੰਗੀਤ ਅੱਛੇ ਲੱਗਦੇ ਨੇ, ਬਹੁਤ ਸਾਰੇ ਡਿਫਰੈਂਟ ਮਿਊਜ਼ਿਕਸ ਅੱਛੇ ਲੱਗਦੇ ਨੇ, ਬਟ ਜਿਹੜੀ ਗੁਰੂ ਦੀ ਰੀਤ ਹੈ, ਉਸ ਨੂੰ ਆਪਾਂ ਜ਼ਰੂਰ ਫੋਲੋ ਕਰੀਏ, ਜ਼ਰੂਰ ਅੰਡਰਸਟੈਂਡ ਕਰੀਏ। Francesca, we have ran out of time. Yes, I just want to mention that it's a very deep knowledge, and it's a joy to delve into that. It's a very deep knowledge. I thank you both very, very much for taking out the time and sharing this wisdom with us. Thank you. Vaheguru Ji Ka Khalsa, Vaheguru Ji Ki Fateh.